Dr. Ravi Garg, Director, Pioneer Immigration, ICCRC member, authorized by Canada government and Canada Embassy ਵੱਲੋਂ ਸਾਰਿਆਂ ਨੂੰ ਨਮਸਕਾਰ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ। 12ਵੀਂ ਦਾ ਰਿਜ਼ਲਟ ਕੱਲ CBSE और पंजाब स्कूल एजुकेशन बोर्ड तो डिकलेयर हो गया हैगा और बहुत अच्छा रिजल्ट आया। पास परसेंटेज ज़्यादातर स्टूडेंट्स पास हुए, पास परसेंटेज हाई हुई और बहुत सारे स्टूडेंट्स के बहुत हाई मार्क्स आए। ज़्यादातर बड़े सारे फ़ोन मेरे को आए 84%, 86%, एक स्टूडेंट के 96%। सो उन्होंने सारिਆਂ ਨੂੰ ਜਿਹੜੇ ਉਹਨਾਂ ਦੀ ਉਮੀਦ ਜਿਨ੍ਹਾਂ ਦੀ ਪੂਰੀ ਹੋਈ, ਪਾਸ ਹੋਏ, ਅੱਛੇ ਨੰਬਰ ਆਏ, ਉਹਨਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਮੁਬਾਰਕਾਂ, ਵਧਾਈਆਂ। ਔਰ ਸਟੂਡੈਂਟਸ ਬੜੀ ਬੇਸਬਰੀ ਦੇ ਨਾਲ ਵੇਟ ਕਰਦੇ ਪਏ ਸੀਗੇ ਕਿ ਰਿਜ਼ਲਟ ਆਵੇ ਔਰ ਆਈਲੈਟਸ ਦੀ ਤਿਆਰੀ ਆਲਰੇਡੀ ਚੱਲਦੀ ਪਈ ਸੀ ਉਹਨਾਂ ਦੀ, ਤੇ ਬਾਹਰ ਜਾਣ ਦੀ ਉਹਨਾਂ ਦੀ ਤਿਆਰੀ ਚੱਲਦੀ ਪਈ ਹੈਗੀ ਹੈ। ਸੋ ਉਹਨਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਵਾਰਮ ਵੈਲਕਮ। ਸਾਡੇ ਸਾਰੇ ਆਫਿਸ ਖੁੱਲ੍ਹੇ ਹੋਏ ਨੇ ਔਰ ਤੁਸੀਂ ਫੋਨ ਤੇ ਵੀਡੀਓ ਕਾਲ ਦੇ ਜ਼ਰੀਏ ਜਾਂ ਪਰਸਨਲ ਵਿਜ਼ਿਟ ਕਰਕੇ ਉਹਨਾਂ ਜਿਹੜੇ ਕਾਉਂਸਲਰਸ, ਮੈਨੇਜਰਸ ਜਿਨ੍ਹਾਂ ਦੀ ਡਾਇਰੈਕਟ ਟ੍ਰੇਨਿੰਗ ਔਰ ਮੇਰੀ ਗਾਈਡੈਂਸ ਦੇ ਨਾਲ ਸਾਰੀ ਜਿਹੜੀ ਹੈਗੀ ਹੈ ਤੁਹਾਡੀ ਕਾਉਂਸਲਿੰਗ ਔਰ ਗੱਲਬਾਤ ਹੁੰਦੀ ਹੈਗੀ ਹੈ, ਉੱਥੇ ਜਾ ਕੇ ਆਫਿਸ ਦੇ ਵਿੱਚ ਕਾਉਂਸਲਰਸ ਔਰ ਮੈਨੇਜਰਸ ਦੇ ਨਾਲ ਗੱਲਬਾਤ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ, ਗਾਈਡੈਂਸ ਲੈ ਸਕਦੇ ਹੈਗੇ ਹੋ। ਜਨਵਰੀ ਇਨਟੇਕ ਦੀ ਜਿਹੜੀ ਐਡਮਿਸ਼ਨਸ ਚੱਲਦੀਆਂ ਪਈਆਂ ਨੇ, ਕੁਝ ਕਾਲਜਿਸ ਫੁੱਲ ਹੋ ਗਏ ਨੇ ਆਲਰੇਡੀ। ਲੈਂਪਟਨ ਕਾਲਜ ਫੁੱਲ ਹੋ ਗਿਆ ਹੈਗਾ, ਸੂ ਕਾਲਜ ਦੇ ਬਹੁਤ ਸਾਰੇ ਪ੍ਰੋਗਰਾਮਸ ਫੁੱਲ ਹੋ ਗਏ ਨੇ, ਜਿਸ ਦਾ ਇੱਕ ਪ੍ਰੋਗਰਾਮ ਇੱਕ ਜਿਹੜਾ ਕੈਂਪਸ ਸੂ ਸੇਂਟ ਮੈਰੀ ਹੈਗਾ, ਸੇਂਟ ਮੈਰੀ ਦੀ ਸਿਟੀ ਦੇ ਵਿੱਚ, ਔਰ ਦੂਸਰਾ ਜਿਹੜਾ ਹੈਗਾ ਬਰੈਂਪਟਨ ਵਿੱਚ ਹੈਗਾ ਔਰ ਟੋਰੰਟੋ ਦੇ ਵਿੱਚ ਹੈਗਾ ਸੂ ਕਾਲਜ ਦਾ। ਹੋਰ ਬੜੇ ਸਾਰੇ ਕਾਲਜਿਸ, ਕਈਆਂ ਦੇ ਅੱਧੇ ਕੋਰਸ ਫੁੱਲ ਹੋ ਗਏ, ਕੁਝ ਦੇ ਸਾਰੇ ਕੋਰਸ ਫੁੱਲ ਹੋ ਗਏ, ਕੁਝ ਹਾਲੇ ਕਾਫੀ ਸਾਰੇ ਪ੍ਰੋਗਰਾਮ ਓਪਨ ਨੇ। ਡਿਪੈਂਡ ਕਰਦਾ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੈਗੇ ਹੋ। ਲੇਕਿਨ ਕੁਝ ਗੱਲਾਂ ਬੜੀ ਧਿਆਨ ਦੇਣ ਵਾਲੀਆਂ ਹੈਗੀਆਂ ਨੇ। 10 ਵਿੱਚੋਂ 7 ਮੇਰੇ ਕੋਲ ਜਿਹੜੇ ਵੀ ਕਲਾਇੰਟ ਮਿਲਦੇ ਨੇ, ਸਟੂਡੈਂਟਸ ਮਿਲਦੇ ਨੇ, ਰਿਫਿਊਜ਼ਡ ਹੁੰਦੇ ਨੇ ਜਾਂ ਕਈ ਤਰ੍ਹਾਂ ਦੇ ਉਹਨਾਂ ਦੇ ਮਸਲੇ ਜਿਹੜਾ ਕੇਸ ਫਸਿਆ ਹੁੰਦਾ ਹੈਗਾ, 10 ਵਿੱਚੋਂ 7 ਜਿਹੜੇ ਨੇ ਉਹ ਗਲਤ ਕੰਸਲਟੈਂਟਾਂ ਦੇ ਵਿੱਚ ਹੱਥਾਂ ਵਿੱਚ ਫਸ ਕੇ ਬੜੇ ਦਿੱਕਤ ਔਰ ਤਕਲੀਫ ਵਿੱਚ ਆਏ ਹੁੰਦੇ ਨੇ ਔਰ ਬੜਾ ਉਹਨਾਂ ਦਾ ਕੇਸ ਕੰਪਲਿਕੇਟ ਹੋ ਜਾਂਦਾ। ਪ੍ਰੋਬਲਮਸ ਬੜੀਆਂ ਸਾਰੀਆਂ ਗੱਲਾਂ ਨੇ ਧਿਆਨ ਦੇਣ ਵਾਲੀਆਂ ਨੇ। ਆਫਟਰ ਵੀਜ਼ਾ ਫੀਸ ਦਾ ਕੋਈ ਵੀ ਅੰਬੈਸੀ, ਕੋਈ ਵੀ ਕਾਲਜ ਉਸ ਨੂੰ ਜਸਟੀਫਾਈਡ ਨਹੀਂ ਫੀਲ ਕਰੇਗਾ, ਉਸ ਨੂੰ ਚੰਗਾ ਨਹੀਂ ਫੀਲ ਕਰੇਗਾ। ਕੋਈ ਉਸ ਦੇ ਵਿੱਚ ਐਥਿਕਸ ਵਾਲੀ ਗੱਲ ਨਹੀਂ ਹੈਗੀ ਕਿ ਫੀਸ ਹਮੇਸ਼ਾ ਕਾਲਜ ਅੰਬੈਸੀ ਚਾਹੁੰਦੀ ਹੈਗੀ ਹੈ ਕਿ ਸਟੂਡੈਂਟ ਨੇ ਪੜ੍ਹਨ ਜਾਣਾ, ਸਟੂਡੈਂਟ ਆਪਣੇ ਅਕਾਊਂਟ ਤੋਂ ਕਾਲਜ ਨੂੰ ਫੀਸ ਪੇ ਕਰੇ ਔਰ GIC ਦੀ ਕੈਨੇਡਾ ਬੈਂਕ ਨੂੰ ਪੇ ਕਰੇ ਰੂਲ ਦੇ ਮੁਤਾਬਕ। ਲੇਕਿਨ ਆਫਟਰ ਵੀਜ਼ਾ ਫੀਸ ਦਾ ਕੀ ਮਤਲਬ ਹੈ? ਕੰਸਲਟੈਂਟ ਪੇ ਕਰਨਗੇ ਔਰ ਵੀਜ਼ਾ ਲੱਗੇਗਾ ਤਾਂ ਬਾਅਦ ਵਿੱਚ ਲੈਣਗੇ ਔਰ ਵੀ ਜ਼ਿਆਦਾ। ਤੇ ਸਾਡੀ ਜਿਸ ਤਰ੍ਹਾਂ ਕਿ ਅਸੀਂ ਆਥੋਰਾਈਜ਼ਡ ਪਾਇਨੀਅਰ ਇਮੀਗ੍ਰੇਸ਼ਨ 2003 ਤੋਂ ਤੁਹਾਡੇ ਵਾਸਤੇ 100% ਓਨੈਸਟ, ਟਰਾਂਸਪੇਰੈਂਟ, ਕੇਅਰਿੰਗ, ਐਕਸਪਰਟ ਸੇਵਾਵਾਂ ਦਿੰਦਾ ਆ ਰਿਹਾ। ਖਾਸ ਤੌਰ ਤੇ ਕੈਨੇਡਾ ਵਾਸਤੇ ICCRC ਮੈਂਬਰ ਹੀ ਲੀਗਲੀ ਆਥੋਰਾਈਜ਼ਡ ਨੇ। ਬੜੀ ਸਾਰੀਆਂ ਗੱਲਾਂ ਪਤਾ ਹੀ ਨਹੀਂ ਹੁੰਦੀਆਂ ਬਹੁਤ ਸਾਰੇ ਲੋਕਾਂ ਨੂੰ। ICCRC ਇਮੀਗ੍ਰੇਸ਼ਨ ਕੰਸਲਟੈਂਟਸ ਆਫ ਕੈਨੇਡਾ ਰੈਗੂਲੇਟਰੀ ਕਾਉਂਸਲ, ਜਿਹੜੀ ਕਿ ਕੈਨੇਡੀਅਨ ਗਵਰਨਮੈਂਟ ਦੀ ਡੈਜ਼ਿਗਨੇਟਿਡ ਬਾਡੀ ਹੈਗੀ ਹੈ, ਉਸ ਦੇ ਮੈਂਬਰ ਹੀ ਲੀਗਲੀ ਆਥੋਰਾਈਜ਼ਡ ਨੇ ਕੈਨੇਡਾ ਗਵਰਨਮੈਂਟ, ਕੈਨੇਡਾ ਅੰਬੈਸੀ ਵੱਲੋਂ। ਕੈਨੇਡਾ ਅੰਬੈਸੀ ਜਿਸਨੇ ਵੀਜ਼ਾ ਦੇਣਾ, ਉਸ ਦੀ ਵੈਬਸਾਈਟ cic.gc.ca, ਉੱਥੇ ਇੱਕ ਸਰਚ ਬਾਕਸ ਹੈਗਾ, ਉੱਥੇ ਜਾ ਕੇ ਟਾਈਪ ਕਰਾਂਗੇ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਤੇ ਉਸ ਦੀ ਲਿਸਟ ਜਿਹੜੀ ਹੈ ਉਹ ਦੱਸ ਦੇਣਗੇ ਕਿ ICCRC ਮੈਂਬਰ ਜਿਹੜੇ ਕਿ ਲੀਗਲੀ ਆਥੋਰਾਈਜ਼ਡ ਹੁੰਦੇ ਨੇ ਕੈਨੇਡਾ ਅੰਬੈਸੀ ਵੱਲੋਂ, ਉਹਨਾਂ ਦੀ ਲਿਸਟ ਤੇ ਲੈ ਜਾਏਗਾ ਔਰ ਇਹ ਜਿਹੜਾ ਸਰਚ ਬਾਕਸ ਔਰ ਉੱਥੇ ਅਸੀਂ ਲਿਸਟ 'ਚ ਦੇਖ ਸਕਦੇ ਹਾਂ ਜਿਹੜੇ ਲੀਗਲੀ ਆਥੋਰਾਈਜ਼ਡ ਨੇ। ਸਾਡੇ ਜਿਹੜੇ ਨੇ ਬਹੁਤ ਸਾਰੇ ਆਫਿਸਿਸ ਨੇ, ਹੈੱਡ ਆਫਿਸ ਚੰਡੀਗੜ੍ਹ ਔਰ ਬ੍ਰਾਂਚ ਆਫਿਸਿਸ ਮੋਹਾਲੀ, ਲੁਧਿਆਣਾ, ਮੋਗਾ, ਫਿਰੋਜ਼ਪੁਰ, ਅੰਮ੍ਰਿਤਸਰ, ਜਲੰਧਰ, ਬਠਿੰਡਾ, ਬਰਨਾਲਾ, ਹੋਰ ਕਈ ਸ਼ਹਿਰਾਂ ਦੇ ਵਿੱਚ। 2 ਆਫਿਸ ਕੈਨੇਡਾ ਦੇ ਵਿੱਚ, ਇੱਕ ਸੈਸਕਾਟੂਨ ਸਿਟੀ ਆਫ ਸਸਕੈਚੁਅਨ ਪ੍ਰੋਵਿੰਸ ਜਿਹੜੀ ਹੈਗੀ, ਜਿਹੜੀ ਉਹਨਾਂ ਦੀ ਸਟੇਟ ਹੈਗੀ ਆ, ਔਰ ਦੂਸਰਾ ਬਰੈਂਪਟਨ, ਮਿਸੀਸਾਗਾ, ਟੋਰੰਟੋ ਦੇ ਨੇੜੇ ਬਰੈਂਪਟਨ ਸਿਟੀ ਦੇ ਵਿੱਚ। ਤੇ ਇਹ ਸਾਰੀਆਂ ਗੱਲਾਂ ICCRC ਮੈਂਬਰ ਲੀਗਲੀ ਆਥੋਰਾਈਜ਼ਡ 2003 ਤੋਂ 100% ਓਨੈਸਟ ਸਰਵਿਸਿਜ਼ ਕੈਨੇਡਾ ਦੇ ਵਿੱਚ ਆਫਿਸ ਔਰ ਖਾਸ ਤੌਰ ਤੇ ਡਾਇਰੈਕਟ
authorized representative of colleges and universities, Canadian and other Australia ਦੇ ਕੈਨੇਡਾ ਦੇ colleges universities ਦੇ authorized representative, ਔਰ ਉਹ ਸਾਨੂੰ ਆਫਿਸ ਦੇ ਖਰਚੇ ਦਿੰਦੇ ਨੇ ਵੀਜ਼ੇ ਲੱਗਣ ਤੋਂ ਬਾਅਦ ਸਟੂਡੈਂਟਸ ਦੇ। ਇਸ ਕਰਕੇ ਅਸੀਂ ਸਟੂਡੈਂਟਸ ਕੋਲੋਂ ਫੀਸ ਨਹੀਂ ਲੈਂਦੇ, ਸਿਰਫ 2000 ਰੁਪਏ ਕਾਗਜ਼ ਪੱਤਰ ਔਰ ਪ੍ਰੋਸੈਸਿੰਗ ਫੀਸ, ਜਿਹੜੀ ਰਜਿਸਟ੍ਰੇਸ਼ਨ ਫੀਸ, ताकि ज़्यादा तो ज़्यादा लोग इसका फायदा चक सकन। पहला डॉक्टरी की, हॉस्पिटल चलाया, हुण कैनेडियन इमीग्रेशन कंसलटेंट ऑथोराइज्ड, और पंजाब गौरमेंट तो भी लाइसेंस लेना होंदा पंजाब दे विच ऑफिस खोलण वास्ते। इस गल का भी ध्यान रखना है। ये सारे सर्टिफिकेट ऑफिस दे रिसैप्शन ते फ्रंट वाली जगह ते लगे होने चाहिए ने, साडे भी लगे होंदे ने सारे ऑफिसां दे विच, सारे कंसलटेंट ने चैक कर लेना चाहिए हैगा, और ध्यान नाल कंसलटेंट चूज करना, ताकि इन्हां एक बारी गलत चक्करां 'च पै गए तो फिर बड़ा मुश्किल हो जाता है। सो एक जिहड़ा है आफ्टर वीज़ा फीस, एक पैकेज 10 ਲੱਖ 15 ਲੱਖ 20 ਲੱਖ भावें वीज़ा लगन तो बाद ही होवे, लेकिन सीधी सीधी जी गल हुंदी है, कॉलेज की फीस हुंदी है। ਆਪਾਂ SDS कैटेगरी ਦੇ ਵਿੱਚ ਜਾਂ ਵੈਸੇ ਜਿਸ ਤਰ੍ਹਾਂ ਮਰਜ਼ੀ कैटेगरी ਦੇ ਵਿੱਚ ਜ਼ਿਆਦਾਤਰ 1 ਸਾਲ ਦੀ ਫੀਸ, 2 ਸਮੈਸਟਰ ਦੀ ਫੀਸ ਜ਼ਿਆਦਾਤਰ $16,000, ਤਕਰੀਬਨ ਕੋਈ 8-10 ਲੱਖ 10 ਲੱਖ ਰੁਪਏ ਦੇ ਕਰੀਬ ਪੇ ਕਰਨੇ ਹੁੰਦੇ ਆ ਕਾਲਜ ਨੂੰ, ਔਰ 6.5 ਲੱਖ ਰੁਪਏ ਪੇ ਕਰਨੇ GIC ਦੇ ਲਿਵਿੰਗ ਐਕਸਪੈਂਸ, $10,000 ਕੈਨੇਡੀਅਨ ਡਾਲਰ ਕੈਨੇਡਾ ਬੈਂਕ ਦੇ ਵਿੱਚ, ਕੋਸ਼ੀਆ ਬੈਂਕ, ICICI ਬੈਂਕ, ਹੋਰ ਕਈ ਬੈਂਕ ਜਿਹੜੇ ਅਲਾਉਡ ਕੀਤੇ ਕੈਨੇਡਾ ਅੰਬੈਸੀ ਨੇ, ਗੌਰਮੈਂਟ ਨੇ। ਸੋ ਉਹ ਜਿਹੜੇ GIC ਦੇ ਪੈਸੇ ਨੇ, ਲਿਵਿੰਗ ਐਕਸਪੈਂਸ ਹੁੰਦਾ 1 ਸਾਲ ਦਾ, ਉੱਥੇ ਜਾ ਕੇ ਵੀਜ਼ਾ ਲੱਗਣ ਤੋਂ ਬਾਅਦ ਸਟੂਡੈਂਟ ਜਦੋਂ ਕੈਨੇਡਾ ਜਾਂਦਾ ਹੈਗਾ, ਉੱਥੇ ਜਾ ਕੇ ਤੁਹਾਨੂੰ ਵਾਪਸ ਮਿਲ ਜਾਂਦੇ ਨੇ, ਹੌਲੀ ਹੌਲੀ ਹਰ ਮਹੀਨੇ ਕੁਝ ਅਮਾਊਂਟ ਵਾਪਸ ਮਿਲ ਜਾਂਦਾ, ਸਾਲ ਦੇ ਅੰਦਰ ਅੰਦਰ ਵਾਪਸ ਮਿਲ ਜਾਂਦੇ ਨੇ। ਸੋ ਇਹ ਖਰਚਿਆਂ ਦਾ ਧਿਆਨ ਰੱਖਣਾ। ਵਾਈ ਟੂ ਪੇ ਮੋਰ ਦਾ ਮਤਲਬ ਆਪਾਂ ਕਿਸੇ ਕੰਸਲਟੈਂਟ ਨੂੰ ਵੱਧ ਪੈਸੇ ਕਿਉਂ ਦੇਣੇ ਨੇ? ਅਸੀਂ ਕਿਉਂਕਿ ਸਾਫ ਸੁਥਰਾ ਕੰਮ 100% ਓਨੈਸਟੀ, ਸਾਡੇ ਕੋਲੇ ਬਹੁਤ ਜ਼ਿਆਦਾ ਕੇਸਿਸ ਆਉਂਦੇ ਨੇ, ਅਸੀਂ ਭਾਵੇਂ ਥੋੜਾ ਕਮਾਉਂਦੇ ਆ ਲੇਕਿਨ ਜ਼ਿਆਦਾ ਕੇਸਿਸ ਆਉਂਦੇ ਨੇ, ਇਸ ਕਰਕੇ ਸਾਨੂੰ ਬੈਨੀਫਿਟ ਹੁੰਦਾ। ਲੇਕਿਨ ਲੋਕਾਂ ਦੀ ਮਾੜੀ ਸੋਚ ਬੜੀ ਪੁਰਾਣੀ ਚਲਦੀ ਆ ਰਹੀ ਹੈ ਕਿ ਮੁਰਗਾ ਕੱਟ ਲੈਣਾ, ਅੰਡੇ ਨਹੀਂ ਖਾਣੇ ਦਾ ਮਤਲਬ ਇਹ ਕਿ ਜ਼ਿਆਦਾ ਪ੍ਰੋਫਿਟ ਦਾ ਭਾਵੇਂ ਚੀਟਿੰਗ ਕਰਨੀ ਪਵੇ, ਭਾਵੇਂ ਠੱਗੀ ਮਾਰਨੀ ਪਵੇ, ਲੱਖ 2 ਲੱਖ 5 ਲੱਖ 10 ਲੱਖ, ਇਹ ਸਾਰੇ ਦੇ ਸਾਰੇ ਪੈਸੇ ਖਾ ਜਾਣੇ ਵਿਚਾਰੇ ਉਹੀ ਸਟੂਡੈਂਟਸ, ਪੇਰੈਂਟਸ ਜਿਨ੍ਹਾਂ ਨੇ ਬੜੇ ਚਾਅ ਦੇ ਨਾਲ ਆਪਣੇ ਸੁਪਨੇ ਪੂਰੇ ਕਰਨ ਵਾਸਤੇ ਪ੍ਰਾਪਰਟੀ ਵੇਚਦੇ ਨੇ, ਗਹਿਣੇ ਵੇਚਦੇ ਨੇ, ਇੱਧਰ ਉੱਧਰ ਉਧਾਰ ਮੰਗਦੇ ਨੇ, ਔਰ ਲੈ ਕੇ ਆਪਣਾ ਇਹ ਸਾਰਾ ਆਪਣੀ ਕੋਸ਼ਿਸ਼ ਕਰਨਾ ਚਾਹੁੰਦੇ ਨੇ ਬਾਹਰ ਜਾਣ ਦੀ, ਔਰ ਜਦੋਂ ਇਸ ਤਰ੍ਹਾਂ ਠੱਗੀ ਦਾ ਸ਼ਿਕਾਰ ਹੁੰਦੇ ਨੇ ਤਾਂ ਸਾਰੇ ਸੁਪਨੇ ਖਤਮ ਹੋ ਜਾਂਦੇ ਨੇ। ਔਰ ਅਸੀਂ ਇਹਨਾਂ ਸਾਰੀਆਂ ਆਪਣੀ ਜ਼ਿੰਮੇਵਾਰੀਆਂ ਨੂੰ ਬਹੁਤ ਚੰਗੀ ਤਰ੍ਹਾਂ ਰੱਬ ਦੇ ਬੰਦੇ ਬਣ ਕੇ ਔਰ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਸਾਰੇ ਆਫਿਸ ਮੇਰੀ ਜ਼ਿੰਮੇਵਾਰੀ ਦੇ ਵਿੱਚ ਚੱਲਦੇ ਨੇ, ਔਰ ਹਰ ਇੱਕ ਜਿਹੜੇ ਕਾਉਂਸਲਿੰਗ ਲੈਣ ਆਉਂਦੇ ਨੇ ਉਹਨਾਂ ਨੂੰ ਕੋਰਸ ਕਿਹੜੇ ਦਿੱਤੇ, ਔਰ ਉਸ ਤੋਂ ਬਾਅਦ ਫਿਰ ਉਹਨਾਂ ਦੀ ਫਾਈਲਿੰਗ, ਸਾਰਾ ਕੇਸ ਹੈਂਡਲਿੰਗ, ਉਸ ਤੋਂ ਬਾਅਦ ਫਾਈਲ ਮੈਂ ਚੈੱਕ ਕਰਦਾ ਹੈਗਾ, ਉਸ ਤੋਂ ਬਾਅਦ ਸਬਮਿਟ ਕਰਨੀ ਐਮਬੈਸੀ ਦੇ ਵਿੱਚ, ਔਰ ਸਾਰਾ 1 ਨੰਬਰ ਦਾ ਕੰਮ। 2 ਨੰਬਰ ਦੇ ਬੰਦੇ ਬੜੇ ਤਰ੍ਹਾਂ ਦੇ ਗਲਤ ਝਾਂਸੇ ਕਿ ਮੰਨ ਲਓ ਸਾਲ 2 ਸਾਲ ਦਾ ਗੈਪ ਹੈਗਾ, ਫਿਰ ਉਹ ਕਹਿ ਦਿੰਦੇ ਜੀ ਐਕਸਪੀਰੀਅੰਸ ਸਰਟੀਫਿਕੇਟ ਚਾਹੀਦਾ ਹੈਗਾ, ਐਕਸਪੀਰੀਅੰਸ ਕਹਿੰਦੇ ਨਹੀਂ ਜੀ ਅਸੀਂ ਬਣਵਾ ਦਾਂਗੇ, 50,000 ਲੱਖ ਰੁਪਏ ਲੈਣਗੇ। ਓਲਡ ਫੰਡਸ ਚਾਹੀਦੇ ਹੀ ਨਹੀਂ ਹੈਗੇ, ਸਿਰਫ ਜਿਸ ਤਰ੍ਹਾਂ ਮੈਂ ਦੱਸਿਆ 1 ਸਾਲ ਦੀ ਫੀਸ, ਉਹ ਵੀ ਜਿਹੜੇ ਨਹੀਂ ਅਫੋਰਡ ਕਰਦੇ 1 ਸਮੈਸਟਰ ਦੀ ਫੀਸ ਦੇ ਨਾਲ ਨੋਨ SDS ਕੈਟੇਗਰੀ 'ਚ ਲਾ ਸਕਦੇ ਹਾਂ। ਕੋਸ਼ਿਸ਼ ਕਰਨੀ 1 ਸਾਲ ਦੀ ਫੀਸ ਦੇ ਕੇ SDS ਕੈਟੇਗਰੀ 'ਚ ਲਾਈਏ। ਤੇ ਇਹ ਜਿਹੜੇ ਐਕਸਪੀਰੀਅੰਸ ਸਰਟੀਫਿਕੇਟ ਦੇ ਪੈਸੇ ਫਿਰ ਕਹਿੰਦੇ ਫੰਡਸ ਸ਼ੋ ਕਰਨੇ ਪੈਣੇ ਆ, ਜਿਹੜੇ ਕਿ ਐਕਚੁਅਲੀ ਸ਼ੋ ਕਰਨ ਦੀ ਜ਼ਰੂਰਤ ਹੀ ਨਹੀਂ ਹੈ। ਫੰਡ ਸ਼ੋ ਕਰਨ ਦੇ ਨਾਮ ਦੇ ਲੱਖ 2 ਲੱਖ ਰੁਪਏ ਲੈ ਲੈਂਦੇ ਆ, ਹੋਰ ਬੜੇ ਤਰੀਕੇ ਨਾਲ ਗਲਤ ਮਲਤ ਰਾਹ ਪਾ ਕੇ ਠੱਗੀਆਂ ਮਾਰਦੇ। ਸੋ ਇਹ ਸਾਰੀਆਂ ਚੀਜ਼ਾਂ ਤੋਂ ਬਚਣਾ ਹੈਗਾ। ਮੇਰੀ ਪੂਰੀ ਦਿਲੋਂ ਕੋਸ਼ਿਸ਼ ਕਿ ਇਹ ਸਾਰੀਆਂ ਚੀਜ਼ਾਂ ਤੋਂ ਵੀ ਤੁਹਾਨੂੰ ਜਾਣੂ ਅਗਾਹ ਕਰਨਾ ਔਰ ਅਵੇਅਰ ਕਰਨਾ, ਔਰ ਨਾਲ ਹੀ ਕੈਨੇਡਾ ਅੰਬੈਸੀ ਦੇ ਔਰ ਅਸੀਂ ਆਸਟ੍ਰੇਲੀਆ ਦੇ ਵੀ, ਕੈਨੇਡਾ ਦੇ ICCRC ਮੈਂਬਰ ਔਰ ਆਸਟ੍ਰੇਲੀਆ ਦੇ ਮੇਰੇ ਜਿਹੜੇ ਪਾਰਟਨਰ ਨੇ ਡਾਕਟਰ ਗਗਨਦੀਪ ਕੌਰ ਜੱਜੀ, ਜਿਹੜੇ ਮਾਰਾ ਏਜੰਟ ਨੇ ਜਾਂ ਮਾਰਾ ਮੈਂਬਰ ਕਹਿ ਦਿੰਦੇ ਆ, ਉਹ ਆਸਟ੍ਰੇਲੀਅਨ ਗੌਰਮੈਂਟ, ਆਸਟ੍ਰੇਲੀਅਨ ਅੰਬੈਸੀ ਤੋਂ ਮਨਜ਼ੂਰਸ਼ੁਦਾ ਕੰਸਲਟੈਂਟ, ਆਸਟ੍ਰੇਲੀਆ ਦੇ ਹਰ ਤਰ੍ਹਾਂ ਦੇ ਵੀਜ਼ੇ ਵਾਸਤੇ ਹਾਜ਼ਰ, ਤੇ ਪੂਰਾ 100% ਓਨੈਸਟੀ ਦਾ ਖਿਆਲ।
ਸੋ ਜਿਨ੍ਹਾਂ ਨੇ ਅਪਲਾਈ ਕਰਨਾ ਵੈਲਕਮ। ਬੜੇ ਸਾਰੀ ਚੀਜ਼ਾਂ ਧਿਆਨ 'ਚ ਰੱਖਣੀਆਂ ਹੁੰਦੀਆਂ। ਜਿਹੜੇ ਅਫੋਰਡ ਨਹੀਂ ਕਰਦੇ, ਸਕਾਲਰਸ਼ਿਪ ਤਾਂ ਥੋੜੇ ਨੇ ਕੈਨੇਡਾ ਦੇ ਵਿੱਚ, ਕਿਉਂਕਿ ਉਹਨਾਂ ਦੀ ਫੀਸਾਂ ਆਲਰੇਡੀ USA, ਆਸਟ੍ਰੇਲੀਆ, ਨਿਊਜ਼ੀਲੈਂਡ ਵਗੈਰਾ ਤੋਂ ਘੱਟ ਨੇ। ਲੇਕਿਨ ਬੜੇ ਤਰੀਕੇ ਨਾਲ ਆਪਾਂ ਨੌਲੇਜ ਇਜ਼ ਪਾਵਰ ਆਪਾਂ ਬਚਤ ਕਰ ਸਕਦੇ ਹੈਗੇ ਆ। ਬੜੇ ਸਾਰੇ ਕਾਲਜਾਂ ਦੇ ਵਿੱਚ ਫੀਸਾਂ ਬਹੁਤ ਘੱਟ ਨੇ। ਆਮ ਤੌਰ ਤੇ ਦੇਖੋ 1 ਸਾਲ ਦੇ ਕੋਰਸ ਤੋਂ ਬਾਅਦ 1 ਸਾਲ ਦਾ ਵਰਕ ਪਰਮਿਟ ਮਿਲਣਾ ਹੈਗਾ, ਜਿਹੜਾ ਕਿ PR ਜਿਹੜਾ ਰਿਸਕੀ ਹੋ ਜਾਏਗੀ, ਆਪਣੇ ਵਾਸਤੇ ਦਿੱਕਤ ਆਏਗੀ। ਸੋ 1 ਸਾਲ ਤੋਂ ਬਾਅਦ 1 ਸਾਲ ਦਾ ਵਰਕ ਪਰਮਿਟ ਨਹੀਂ ਲੈਣਾ। 1 ਸਾਲ ਤੋਂ ਬਾਅਦ 1 ਸਾਲ ਦਾ ਹੋਰ ਕੋਰਸ ਲੈ ਲਾਂਗੇ, ਅਗਰ ਫਿਰ ਵੀ 3 ਸਾਲ ਦਾ ਵਰਕ ਪਰਮਿਟ ਮਿਲੇਗਾ, ਜਾਂ 2 ਸਾਲ ਦਾ ਕੋਰਸ ਲੈ ਕੇ ਜਾਵਾਂਗੇ। ਤਾਂ 2 ਸਾਲ ਦੇ ਕੋਰਸ ਵਿੱਚ 4 ਸਮੈਸਟਰ ਔਰ 4-4 ਮਹੀਨੇ ਦੀ 16 ਮਹੀਨੇ ਦੀ ਪੜ੍ਹਾਈ ਹੈ। ਔਰ ਇੱਕ ਸਮੈਸਟਰ ਦੀ ਫੀਸ ਤਕਰੀਬਨ ਐਵਰੇਜ ਜੇ ਲਾਈਏ ਤਾਂ $8,000, ਜਿਸ ਦੇ ਵਿੱਚ ਤਕਰੀਬਨ $32,000 2 ਸਾਲ ਦਾ ਜਿਹੜਾ ਖਰਚਾ ਟਿਊਸ਼ਨ ਫੀਸ। ਔਰ ਕੁਝ ਕਾਲਜਾਂ ਦੇ ਵਿੱਚ ਜਿਸ ਤਰ੍ਹਾਂ ਕਿ ਕੇਪ ਬ੍ਰਿਟਨ ਯੂਨੀਵਰਸਿਟੀ ਹੈ, ਉਸ ਦਾ ਵੀ 3+1 ਹੈਗਾ। ਲੈਂਪਟਨ ਕਾਲਜ ਜਿਹੜਾ ਕਿ ਜਨਵਰੀ ਵਾਸਤੇ ਹਾਲਾਂਕਿ ਫੁੱਲ ਹੋ ਗਿਆ, ਕਿਉਂਕਿ ਬਹੁਤ ਪ੍ਰੈਫਰਡ ਕਾਲਜ ਹੈਗਾ। ਮਈ ਵਾਸਤੇ ਐਡਮਿਸ਼ਨ ਚਲਦੀਆਂ ਪਈਆਂ ਹੈਗੀਆਂ ਨੇ। ਉਹਨਾਂ ਦਾ ਵੀ 3+1 ਦਾ ਮਤਲਬ 4th ਸਮੈਸਟਰ ਕੋਪ, ਉਸ ਦੀ ਫੀਸ ਨਹੀਂ ਦੇਣੀ। 2 ਸਾਲ ਦਾ ਜਿਹੜਾ ਮੈਂ ਦੱਸਿਆ, ਉਸ ਦੇ ਵਿੱਚ 32,000 ਦੇ ਬਜਾਏ 25,000 ਦੇ ਕਰੀਬ ਫੀਸ, 5-6 ਲੱਖ ਰੁਪਏ ਦਾ ਫਾਇਦਾ। KPU ਕੁਆਂਟਲੈਂਡ ਪੋਲੀਟੈਕਨਿਕ ਯੂਨੀਵਰਸਿਟੀ ਕੋਪ ਨਹੀਂ ਹੈ, ਲੇਕਿਨ 2 ਸਾਲ ਦਾ ਜਿਹੜੀ ਫੀਸ ਹੀ ਜਿਹੜੀ ਘੱਟ ਹੈਗੀ ਹੈ, $25,000 ਦੇ ਕਰੀਬ। CNC ਜਿਹੜਾ ਹੈ ਕਾਲਜ ਆਫ ਨਿਊ ਕੈਲੇਡੋਨੀਆ, NBCC ਨਿਊ ਬ੍ਰੰਜਵਿਕ ਕਮਿਊਨਿਟੀ ਕਾਲਜ ਜਿਹੜਾ ਹੈਗਾ, ਇਹ ਕੁਝ ਮੈਂ ਥੋੜੇ ਜਿਹੇ ਦੱਸੇ ਨੇ ਜਿਨ੍ਹਾਂ ਦੀ ਫੀਸ ਘੱਟ ਹੈਗੀ ਹੈ। ਔਰ ਕੁਝ ਕਾਲਜ ਨੇ ਥੋੜਾ ਪੜ੍ਹਾਈ 'ਚ ਲੀਨੀਅੰਟ ਨੇ, ਜਿਹੜੇ ਬੱਚੇ ਘੱਟ ਪੜ੍ਹਨਾ ਚਾਹੁੰਦੇ ਨੇ ਉਹਨਾਂ 'ਚ ਜਾਵਾਂਗੇ। ਔਰ ਕੁਝ ਨੇ ਸਟ੍ਰਿਕਟ ਕਾਲਜ ਜਿੱਥੇ ਪੜ੍ਹਾਈ ਬਹੁਤ ਜ਼ਿਆਦਾ ਸਖਤੀ ਨਾਲ ਹੁੰਦੀ ਹੈ, ਜਿਹੜੇ ਪੜ੍ਹਨ ਵਾਲੇ ਜ਼ਿਆਦਾ ਪੜ੍ਹਾਕੂ ਬੱਚੇ ਨੇ, ਉੱਥੇ ਜਾਣਾ ਚਾਹੀਦਾ ਹੈਗਾ। ਇਹ ਬੜੀ ਸਾਰੀ ਪੁਆਇੰਟਸ ਦੇਖਣ ਵਾਲੇ ਹੁੰਦੇ ਆ, ਜਿਹੜੇ ਕਿ ਸਾਰਿਆਂ ਨੂੰ ਨਹੀਂ ਪਤਾ ਹੁੰਦੇ। ਮੈਂ ਕੈਨੇਡੀਅਨ ਰੈਜ਼ੀਡੈਂਟ ਹੈਗਾ ਉੱਥੇ 2006 ਤੋਂ, ਔਰ ਉੱਥੇ ਘਰ ਵੀ ਹੈਗਾ, ਆਫਿਸ ਵੀ ਹੈਗੇ। ਇੱਥੇ ਵੀ ਘਰ ਹੈਗਾ ਇੰਡੀਆ ਦੇ ਵਿੱਚ, ਔਰ ਬੜੇ ਸਾਰੇ ਆਫਿਸਿਸ ਹੈਗੇ ਉੱਥੇ। 2006 ਦਾ ਮਤਲਬ 15-16 ਸਾਲ ਤੋਂ ਰਹਿਣ ਸਹਿਣ, ਸਾਰੇ ਸ਼ਹਿਰਾਂ ਦੇ ਵਿੱਚ ਜਾਣਾ, ਉੱਥੇ ਸਾਰੀ ਉੱਥੇ ਦੀ ਨੌਲੇਜ, ਕੰਪਲੀਟ ਇਨਫੋਰਮੇਸ਼ਨ, ਕਿਹੜੇ ਕੋਰਸ ਦੇ ਵਿੱਚ ਕਿੰਨਾ ਤੁਹਾਡਾ ਕੈਰੀਅਰ ਪ੍ਰੋਸਪੈਕਟਸ ਨੇ, ਜਦ ਤੱਕ ਉੱਥੇ ਜਾ ਕੇ ਪ੍ਰੈਕਟੀਕਲੀ ਨਾ ਦੇਖਿਆ ਹੋਵੇ, ਕਿਹੜੇ ਕਾਲਜ ਦਾ ਕਿੰਨੀ ਰੈਪੂਟੇਸ਼ਨ ਹੈਗੀ ਹੈ, ਕਿਹੜੇ ਕੋਰਸ ਦੇ ਵਿੱਚ, ਕਿਹੜਾ ਕੋਰਸ ਪੜ੍ਹਨ ਤੋਂ ਬਾਅਦ ਕਿੰਨੀ ਤੁਹਾਡੀ ਇਨਕਮ ਹੋਏਗੀ, ਔਰ ਕੈਰੀਅਰ ਪ੍ਰੋਸਪੈਕਟਸ ਕਿੱਦਾਂ ਦੇ ਰਹਿਣਗੇ, ਇਹ ਸਾਰਾ। ਔਰ ਆਫਕੋਰਸ ਵੀਜ਼ਾ ਪ੍ਰੋਸਪੈਕਟਸ ਦਾ ਮਤਲਬ ਕਿਹੜੀ ਤੁਹਾਡੀ ਪਹਿਲਾਂ ਐਜੂਕੇਸ਼ਨ ਹੈਗੀ ਆ, ਉਸ ਤੋਂ ਬਾਅਦ ਕਿੰਨਾ ਤੁਸੀਂ ਕਿਹੜੇ ਕੋਰਸ ਵਿੱਚ ਜਾ ਰਹੇ ਹੋ, ਇਹ ਰੈਲੇਵੈਂਟ ਪ੍ਰੋਗਰਾਮ ਹੈਗਾ ਕਿ ਨਹੀਂ, ਇਹ ਸਾਰੀਆਂ ਚੀਜ਼ਾਂ ਦੇਖਣੀਆਂ। ਔਰ 1 ਸਾਲ ਦੇ ਵਿੱਚ ਜਿਸ ਤਰ੍ਹਾਂ ਜ਼ਿਆਦਾਤਰ ਪ੍ਰੋਗਰਾਮ 2 ਸਾਲ ਦੇ 2 ਸਮੈਸਟਰ ਦੇ ਹੁੰਦੇ ਆ, 8-8 ਇੱਕ ਸਮੈਸਟਰ ਦੀ 16,000 ਫੀਸ। ਕਈ ਕੋਰਸਿਸ ਜਿਹੜੇ ਨੇ 1 ਸਾਲ ਦੇ ਵਿੱਚ ਹੀ 3 ਸਮੈਸਟਰ ਨੇ, ਸੋ ਉਹਦੀ ਫੀਸ $24,000 $25,000 ਜ਼ਿਆਦਾ ਹੋ ਜਾਏਗੀ। ਸੋ ਆਪਾਂ ਉਹ 3 ਸਮੈਸਟਰ ਵਾਲੇ ਜਿਹੜੇ ਪ੍ਰੋਗਰਾਮ ਨਹੀਂ ਲੈਣੇ, 2 ਸਮੈਸਟਰ ਵਾਲਾ ਪ੍ਰੋਗਰਾਮ ਲੈਣਾ 1 ਸਾਲ ਦੇ ਵਿੱਚ, ਜਿਸ ਦੀ ਫੀਸ ਵੀ ਘੱਟ ਹੋਏ, ਪੜ੍ਹਾਈ ਵੀ ਘੱਟ ਹੋਏ। ਸੋ ਇਹ ਸਾਰਾ ਪੁਆਇੰਟ ਦੇਖ ਕੇ ਅਸੀਂ ਤੁਹਾਡਾ ਖਿਆਲ ਰੱਖਦੇ ਹਾਂ। ਔਰ ਲੋ ਫੀਸ ਦੀ ਗੱਲ ਕੀਤੀ, ਜਾਂ ਤੁਸੀਂ ਉੱਥੇ ਜਾਣਾ ਚਾਹੁੰਦੇ ਜਿੱਥੇ ਕੋਈ ਕਲੋਜ਼ ਰਿਲੇਟਿਵ ਫਰੈਂਡ ਵਗੈਰਾ ਹੈਗੇ ਹੈ, ਜਾਂ ਜਿੱਥੇ PR ਹੈਗੀ ਹੈ, ਸਸਕੈਚੁਆਨ, ਮੈਨੀਟੋਬਾ ਔਰ ਅਲਬਰਟਾ ਔਰ ਅਟਲਾਂਟਿਕ ਪ੍ਰੋਵਿੰਸਿਸ ਜਿਸ ਤਰ੍ਹਾਂ ਕਿ ਨਿਊ ਬ੍ਰੰਜਵਿਕ, ਨੋਵਾ ਸਕੋਸ਼ੀਆ, ਪ੍ਰਿੰਸ ਐਡਵਰਡ ਆਈਲੈਂਡ ਔਰ ਨਿਊ ਫਾਊਂਡਲੈਂਡ ਐਂਡ ਲੈਬਰਾਡੋਰ। ਸੋ ਇਹ ਸਾਰੀਆਂ ਉੱਥੇ ਕਿਹੜੇ ਕਾਲਜ, ਕਿਹੜਾ ਕੋਰਸ, ਸਾਰੀਆਂ ਲਿਸਟਾਂ ਸਾਡੇ ਕੋਲ ਹੈਗੀਆਂ ਨੇ, ਜਿਹੜੀ ਕਿ ਆਪਾਂ ਡਿਸਕਸ ਕਰ ਸਕਦੇ ਹੈਗੇ ਆ। ਇਸ ਵਕਤ ਮੈਂ ਚੰਡੀਗੜ੍ਹ ਆਫਿਸ ਵਿੱਚ ਅਪਾਇੰਟਮੈਂਟਸ ਦੇ ਨਾਲ ਮਿਲਦਾ ਪਿਆ ਹੈਗਾ। ਜਲਦੀ ਹੀ ਸਾਰੇ ਆਫਿਸਾਂ ਦੇ ਵਿੱਚ ਜਾ ਕੇ ਔਰ ਅਪਾਇੰਟਮੈਂਟਸ ਦੇ ਨਾਲ ਅਲੱਗ-ਅਲੱਗ ਆਫਿਸਿਸ ਦੇ ਵਿੱਚ ਸਾਰੇ ਜਿਹੜੇ ਲੁਧਿਆਣਾ, ਮੋਗਾ, ਫਿਰੋਜ਼ਪੁਰ, ਅੰਮ੍ਰਿਤਸਰ, ਜਲੰਧਰ, ਬਠਿੰਡਾ ਵਗੈਰਾ ਜਿੰਨੇ ਵੀ, ਬਰਨਾਲਾ, ਇਹ ਸਾਰੇ ਆਫਿਸਾਂ ਵਿੱਚ ਰਾਊਂਡ ਲਾ ਕੇ ਔਰ ਡੇਟਸ ਫਿਕਸ ਕਰਕੇ ਟਾਈਮ ਲੈ ਕੇ ਜਿਹੜਾ ਅਪਾਇੰਟਮੈਂਟਸ ਦੇ ਨਾਲ ਗੱਲ ਆਪਾਂ ਸਾਰੇ ਸਟੂਡੈਂਟਸ ਨੂੰ, ਕਲਾਇੰਟਸ ਨੂੰ, ਵਿਜ਼ਿਟਰ ਵੀਜ਼ਾ ਵੀ ਖੁੱਲ੍ਹ ਗਏ ਨੇ ਹੁਣ, ਸਪਾਊਸ ਵੀਜ਼ਾ ਵੀ ਖੁੱਲ੍ਹ ਗਏ ਨੇ। ਸਪਾਊਸ ਵੀਜ਼ਾ ਦੇ ਚੰਗੇ ਸਕਸੈਸ ਰੇਟ ਚੱਲਦੇ ਪਏ ਨੇ। ਜਿਹੜੇ ਸਟੂਡੈਂਟਸ ਕੈਨੇਡਾ ਦੇ ਵਿੱਚ ਨੇ, ਸਟੂਡੈਂਟਸ ਜਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ, ਉਹਨਾਂ ਦੀ PR ਦੀ ਆਪਸ਼ਨਸ ਬਾਰੇ ਵੀ ਡਿਸਕਸ ਕਰ ਸਕਦੇ ਹਾਂ ਕੈਨੇਡਾ ਦੇ ਆਫਿਸ ਦੇ ਵਿੱਚ। 6479612313 ਮੇਰੇ ਬਾਰੇ ਔਰ ਕੰਪਨੀ ਬਾਰੇ pioneerimmigration.com ਜਦੋਂ ਖੋਲਾਂਗੇ ਵੈਬਸਾਈਟ, ਤੇ ਉਸ ਤੇ 15 ਮਿੰਟ ਦੀ ਇੱਕ ਵੀਡੀਓ ਚੱਲੇਗੀ, ਉਹ ਜ਼ਰੂਰ ਦੇਖੋ। ਉਸ ਦੇ ਵਿੱਚ ਸਾਰੀ ਡਿਟੇਲ ਹੋਏਗੀ। ਹੋਰ ਕੌਣ ਲੀਗਲੀ
ਆਥੋਰਾਈਜ਼ਡ ਹੁੰਦੇ ਨੇ ਕੰਸਲਟੈਂਟ, ਕਿਸ ਤਰ੍ਹਾਂ ਉਹਨਾਂ ਨੂੰ ਚੈੱਕ ਕਰਨਾ, ਇਹ ਸਾਰੀਆਂ ਚੀਜ਼ਾਂ ਉੱਥੇ ਦੱਸੀਆਂ ਗਈਆਂ ਨੇ, ਜ਼ਰੂਰ ਦੇਖੋ। ਇਸ ਵਕਤ ਜਿਹੜਾ ਹਫਤੇ ਤੋਂ ਪਿੱਛੇ ਚਲੀ ਜਾਈਏ ਤੇ ਸਾਰੇ ਇੰਡੀਆ ਦੇ ਵਿੱਚ ਕਾਫੀ ਰਿਫਿਊਜ਼ਲਾਂ ਸੀਗੀਆਂ। ਹਫਤੇ ਦੇ ਅੰਦਰ ਹੁਣ ਜਿਹੜਾ ਹੈ ਕਾਫੀ ਹਾਈ ਸਕਸੈਸ ਰੇਟ ਚੱਲਦਾ ਪਿਆ ਹੈਗਾ। ਔਰ ਜਦੋਂ ਰਿਫਿਊਜ਼ਲਾਂ ਹੋਈਆਂ ਹਫਤੇ ਤੋਂ ਪਿੱਛੇ ਚਲੀ ਜਾਈਏ ਤੇ ਕਾਫੀ ਚੰਗੇ ਚੰਗੇ ਕੇਸ ਵੀ ਰਿਫਿਊਜ਼ ਕੀਤੇ ਐਮਬੈਸੀ ਨੇ। ਸੋ ਉਹ ਸਾਰਿਆਂ ਨੂੰ ਰੀਅਪਲਾਈ ਕਰ ਲੈਣਾ ਚਾਹੀਦਾ, ਵੀਜ਼ੇ ਆ ਜਾਣਗੇ, ਕੋਈ ਚਿੰਤਾ ਨਹੀਂ। ਅੱਛੇ ਕੇਸਿਸ 80% 85% ਇਸ ਤਰ੍ਹਾਂ ਦੇ 7 ਬੈਂਡਸ ਇਹਨਾਂ ਦੇ ਇਹੋ ਜਿਹੇ ਕੇਸਿਸ ਵੀ ਰਿਫਿਊਜ਼ ਕੀਤੇ। ਕੋਈ ਡਰਨ ਦੀ, ਝਿਜਕਣ ਦੀ, ਟੈਨਸ਼ਨ ਲੈਣ ਦੀ, ਅਪਸੈਟ ਹੋਣ ਦੀ ਜ਼ਰੂਰਤ ਨਹੀਂ ਹੈਗੀ। ਔਰ ਦੁਬਾਰਾ ਅਪਲਾਈ ਕਰਨ ਦੇ ਨਾਲ ਵੀਜ਼ਾ ਆ ਜਾਏਗਾ, ਕੋਈ ਦਿੱਕਤ ਨਹੀਂ। 2 3 4 5 ਵਾਰੀ ਰਿਫਿਊਜ਼ਲ, 6 6 7 7 ਵਾਰੀ ਰਿਫਿਊਜ਼ਲਸ ਦੇ ਬਾਅਦ ਵੀ ਕੈਨੇਡਾ ਵੀਜ਼ਾ ਦੇ ਦਿੰਦਾ, ਕੋਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਰੀਸੈਂਟਲੀ ਇੱਕ BA ਸਟੂਡੈਂਟ 56% ਮਾਰਕਸ ਔਰ 2018 ਚ ਪਾਸ ਔਰ ਓਵਰਆਲ 6 not less than 5.5 in 1 module। ਦੋ ਮੋਡਿਊਲ ਦੇ ਵਿੱਚ 5.5 ਹੋਣਗੇ ਤਾਂ ਬਹੁਤ ਲੋ ਸਕਸੈਸ ਰੇਟ ਆਏਗਾ, ਨਹੀਂ ਅਪਲਾਈ ਕਰਨਾ ਚਾਹੀਦਾ। 10 ਵਿੱਚੋਂ 1-2 ਵੀਜ਼ਾ ਲੱਗਣਗੇ। ਦੁਬਾਰਾ ਆਈਲੈਟਸ ਇੰਪਰੂਵ ਕਰਕੇ ਫਿਰ ਹੀ ਐਮਬੈਸੀ 'ਚ ਕੇਸ ਲਾਉਣਾ ਚਾਹੀਦਾ ਹੈ। ਤੇ ਇਹ ਸਟੂਡੈਂਟ ਬੜਾ ਲੱਕੀ ਸੀ, ਜਿਸ ਤਰ੍ਹਾਂ ਮੈਂ ਦੱਸਿਆ BA ਔਰ ਓਵਰਆਲ 6 ਬੈਂਡਸ ਦੇ ਨਾਲ ਪੋਸਟ ਗ੍ਰੈਜੂਏਟ ਪ੍ਰੋਗਰਾਮ ਦੇ ਵਿੱਚ ਵੀਜ਼ਾ ਆਇਆ। ਲੋ ਮਾਰਕਸ ਦੇ ਨਾਲ ਵੀ ਬਹੁਤ ਸਾਰੇ ਸਟੂਡੈਂਟਸ ਦੇ ਬੜੇ ਜਿਹੜੇ ਪੂਅਰ ਪ੍ਰੋਫਾਈਲ ਕੇਸਿਸ ਸੀਗੇ, ਜਿਸ ਤਰ੍ਹਾਂ ਇਹ BA ਵਾਲਾ ਦੱਸਿਆ, ਇਹ ਵੀ ਬੜਾ ਪੂਅਰ ਪ੍ਰੋਫਾਈਲ ਸੀਗਾ, 56%। ਬਹੁਤ ਸਾਰੇ ਸਟੂਡੈਂਟਸ ਦੇ ਵੀਜ਼ੇ ਆਏ। ਉਹੀ ਹੁੰਦਾ ਕਿ ਕੰਸਲਟੈਂਟ ਆਪਣੇ ਵੱਲੋਂ ਆਪਾਂ ਬੈਸਟ ਕਰਨਾ ਹੈਗਾ, ਚੰਗਾ ਕਾਲਜ, ਚੰਗਾ ਕੋਰਸ, ਰੈਲੇਵੈਂਟ ਪ੍ਰੋਗਰਾਮ, ਪਿਛਲੀ ਪੜ੍ਹਾਈ ਨੂੰ ਦੇਖ ਕੇ ਔਰ ਇਹ ਸਾਰਾ ਕੁਝ। ਲੇਕਿਨ ਫਿਰ ਵੀ ਲੱਕ ਵੀ ਮੈਟਰ ਕਰਦੀ ਹੈ, ਦਾਣਾ ਪਾਣੀ, ਕਿਸਮਤ, ਰੱਬ ਦੀ ਕਿਰਪਾ, ਮਾਂ ਪਿਓ ਦਾ ਆਸ਼ੀਰਵਾਦ। ਸੋ ਉਹ ਸਾਰੀਆਂ ਚੀਜ਼ਾਂ ਰੱਬ ਦਾ ਨਾਮ ਲਈ ਜਾਣਾ ਹੈ। ਔਰ ਲੇਕਿਨ ਸਾਡੇ ਵਾਸਤੇ ਬਹੁਤ ਮੈਟਰ ਕਰਦਾ ਹੈਗਾ, ਸਾਡੀ ਰੈਪੂਟੇਸ਼ਨ ਦਾ ਸਵਾਲ ਹੁੰਦਾ। ਜਦੋਂ ਕੋਈ ਕੇਸ ਰਿਫਿਊਜ਼ ਹੁੰਦਾ ਸਾਡੇ ਵਾਸਤੇ ਵੀ, ਹਰ ਕੰਸਲਟੈਂਟ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ, ਕਿਉਂਕਿ ਅਸੀਂ ਖਾਸ ਤੌਰ ਤੇ ਫੀਸ ਲੈਂਦੇ ਵੀ ਨਹੀਂ ਔਰ ਫਿਰ ਉਹੀ ਕਿ 2 ਨੰਬਰ ਇੱਧਰ ਉੱਧਰ ਦੇ ਅਸੀਂ ਕੋਈ ਗਲਤ ਕੰਮ ਕਰਦੇ ਨਹੀਂ। ਸੋ ਸਾਨੂੰ ਬੈਨੀਫਿਟ ਵੀਜ਼ਾ ਤੋਂ ਬਾਅਦ ਹੀ ਹੁੰਦਾ, ਉਸ ਦਾ ਅਸੀਂ ਪੂਰਾ ਖਿਆਲ ਰੱਖੀਦਾ। ਹਰ ਇੱਕ ਫਾਈਲ ਨੂੰ ਧਿਆਨ ਨਾਲ ਚੈੱਕ ਕਰੀਦਾ, ਧਿਆਨ ਨਾਲ ਲਾਈਦਾ, ਪੂਰਾ ਖਿਆਲ ਕਰਕੇ। ਮੇਰੀ ਡਾਇਰੈਕਟ ਕੇਅਰ ਦੇ ਨਾਲ, ਮੈਂ ਖੁਦ ਆਪਣੀ ਕੇਅਰ ਦੇ ਨਾਲ ਸਾਰਾ ਕੁਝ ਕਰਵਾਉਣਾ ਹੈਗਾ। ਕੁਬੈਕ ਦੇ ਰਿਜ਼ਲਟਸ ਵੀ ਆ ਰਹੇ ਨੇ ਔਰ ਕਾਫੀ ਸਾਰੇ ਵੀਜ਼ਾ ਆ ਰਹੇ ਨੇ, ਡਰਨ ਦੀ ਜ਼ਰੂਰਤ ਨਹੀਂ ਹੈਗੀ। 5 ਦਿਨ ਦੇ ਵਿੱਚ ਵੀ ਵੀਜ਼ਾ, ਅੱਜ ਤੋਂ ਪਿਛਲੇ 5 ਦਿਨ ਪਹਿਲਾਂ ਅਪਲਾਈ ਕੀਤਾ ਸੀਗਾ ਔਰ ਅੱਜ ਵੀਜ਼ਾ ਆਇਆ ਹੈਗਾ 5 ਡੇਜ਼ ਦੇ ਵਿੱਚ। ਸੋ ਕਈਆਂ ਦੇ 5 ਦਿਨ, ਕਈਆਂ ਦੇ ਜ਼ਿਆਦਾ ਵੀ ਲੱਗ ਸਕਦੇ, 10 15 20 ਦਿਨ ਵੀ ਲੱਗ ਸਕਦੇ ਆ। ਲੇਕਿਨ ਸਤੰਬਰ ਵਾਸਤੇ 2-4 ਦਿਨ ਹੋਰ ਅਪਲਾਈ ਕਰਾਂਗੇ। ਹੁਣ ਲਾਸਟ ਡੇਟਾਂ ਮੁੱਕਣ ਵਾਲੀ ਹੈ ਤੇ ਆਪਾਂ ਹੁਣ ਜਿਨ੍ਹਾਂ ਨੇ ਅਪਲਾਈ ਕਰਨਾ ਉਹ ਡੈਫਰਮੈਂਟ ਜਨਵਰੀ ਦੀ ਲੈ ਕੇ ਰੀਅਪਲਾਈ ਕਰਾਂਗੇ। ਆਫ ਕੋਰਸ ਜਿਹੜੇ ਰਿਫਿਊਜ਼ਡ ਕੇਸਿਸ ਨੇ ਉਹਨਾਂ ਨੂੰ ਧਿਆਨ ਦੇਣ ਦੀ ਜ਼ਰੂਰਤ ਹੈਗੀ ਹੈ ਕਿ ਤੁਹਾਡਾ ਕੋਰਸ ਕਿਹੜਾ ਚੁਣਿਆ ਗਿਆ ਹੈਗਾ, ਸਾਰਾ ਕੁਝ ਦੇਖਣਾ ਪੈਣਾ, ਕੋਈ ਗਲਤੀ ਤਾਂ ਨਹੀਂ ਹੋਈ, ਕਿਉਂਕਿ ਗ੍ਰੈਜੂਏਟ ਸ਼ੁੱਡ ਆਲਵੇਜ਼ ਗੋ ਫॉर ए पोस्ट ग्रेजुएट प्रोग्राम। पोस्ट सेकेंडरी नहीं लेना, ESL नहीं लगी होनी चाहिए, ऑफर लैटर कंडीशनल नहीं होनी चाहिए, अनकंडीशनल होनी चाहिए हैगी है। सो ये बड़ा कुछ ध्यान रखना हैगा। तुहाडा रैलेवेंट प्रोग्राम होवे, प्रीवियस एजुकेशन दे विच मार्क्स किहड़े सबजैक्ट विच ठीक सीगे, किहड़े च नहीं, उस दे हिसाब नाल अगला कोर्स जिहड़ा इंटेंडेड प्रोग्राम जिहड़ा तुसीं पढ़न जाना वो भी उस तरीके नाल चूज करना, उसनूं ध्यान दे के। ਜਿਹੜੇ ਸਟੂਡੈਂਟਸ ਦੇ ਵੀਜ਼ੇ ਲੱਗ ਚੁੱਕੇ ਨੇ ਹੁਣੇ ਬਹੁਤ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ, ਮੁਬਾਰਕਾਂ। ਜਿਨ੍ਹਾਂ ਦੀ ਕਿਤੋਂ ਵੀ ਰਿਫਿਊਜ਼ਲ ਆਈ ਹੋਵੇ, ਵੈਲਕਮ। ਅਸੀਂ ਖਿਆਲ ਰੱਖ ਕੇ ਉਹਨਾਂ ਦਾ ਪੂਰਾ ਆਪਣੀ ਜ਼ਿੰਮੇਵਾਰੀ ਨੂੰ ਨਿਭਾ ਕੇ, ਧਿਆਨ ਰੱਖ ਕੇ, ਚੰਗੀ ਤਰ੍ਹਾਂ ਆਪਣੀ ਪੂਰੀ ਕੋਸ਼ਿਸ਼ ਦੇ ਨਾਲ ਖਿਆਲ ਜਿਹੜਾ ਅਸੀਂ ਦੁਬਾਰਾ ਅਪਲਾਈ ਕਰਾਂਗੇ। ਇੱਕ ਦੇਖੋ ਚੰਗੀ ਗੱਲ ਹੈ ਕਿ ਜਦੋਂ ਵੀ ਅਸੀਂ ਗੱਲਬਾਤ ਕਰਦੇ ਹਾਂ ਤੇ ਕਾਉਂਸਲਰਸ ਦੱਸਦੇ ਨੇ ਕਿ ਸਾਡੀ ਕੰਪਨੀ ਬਹੁਤ ਓਨੈਸਟ ਹੈ ਤੇ ਕਲਾਇੰਟ ਸਾਰੇ ਪਹਿਲਾਂ ਹੀ ਪਤਾ ਹੈਗਾ ਤੇ ਕਹਿੰਦੇ ਨੇ ਜੀ ਇਹ ਤਾਂ ਸਾਨੂੰ ਆਲਰੇਡੀ ਪਤਾ ਹੈਗਾ, ਲੈਟ ਅਸ ਡਿਸਕਸ ਅਬਾਊਟ ਕੋਰਸ ਵਗੈਰਾ ਜਿਹੜਾ ਹੈਗਾ ਉਹ। ਔਰ ਜਦੋਂ ਕਿ ਇੰਨਾ ਜ਼ਿਆਦਾ ਗੜਬੜੀਆਂ ਚੱਲਦੀਆਂ ਨੇ ਅਖਬਾਰਾਂ 'ਚ, TV ਤੇ, ਇੰਨੇ ਲੋਕ ਮੈਨੂੰ ਹੁਣ ਵੀ 10 ਚੋਂ 7 ਲੋਕ ਠੱਗੀਆਂ ਮਰਵਾ ਕੇ ਮੈਨੂੰ ਮਿਲਦੇ ਨੇ ਤੇ ਉਦੋਂ ਉਹ ਜਿਹੜੇ ਸਾਨੂੰ ਜਾਣਦੇ ਨੇ ਉਹਨਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਇੱਥੇ 100% ਓਨੈਸਟੀ ਦਾ ਹੋਣੀ ਹੈ, ਕਿਸੇ ਵੀ ਚੀਜ਼ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈਗੀ। ਕਾਲਜ ਤੋਂ ਜਿਨ੍ਹਾਂ ਦੇ ਵੀਜ਼ੇ ਲੱਗ ਗਏ ਉਹਨਾਂ ਨੂੰ ਕਾਲਜ ਤੋਂ ਸਪੋਰਟ ਲੈਟਰ ਦੀ ਜ਼ਰੂਰਤ ਨਹੀਂ ਹੈਗੀ। 20 ਅਕਤੂਬਰ ਨੂੰ ਇਹ ਰੂਲ ਆ ਗਿਆ ਸੀਗਾ, ਉਸ ਤੋਂ ਪਹਿਲਾਂ ਹਰ ਇੱਕ ਕਾਲਜ ਤੋਂ ਸਪੋਰਟ ਲੈਟਰ ਚਾਹੀਦੀ ਸੀ।
बड़े सारे ਜਿਹੜੇ ਕੋਰੋਨਾ ਦੇ ਟਾਈਮ ਤੇ ਬਹੁਤ ਰੂਲ, ਹਰ ਹਫਤੇ ਬਾਅਦ ਨਵੇਂ ਰੂਲ ਰੈਗੂਲੇਸ਼ਨ ਕਾਲਜਿਸ ਵੱਲੋਂ, ਐਮਬੈਸੀ ਵੱਲੋਂ, ਕੁਆਰੰਟਾਈਨ ਨੂੰ ਲੈ ਕੇ, ਵੈਕਸੀਨ ਨੂੰ ਲੈ ਕੇ, ਕਲਾਸਾਂ ਨੂੰ ਲੈ ਕੇ ਬੜਾ ਕੁਝ ਚੇਂਜ ਹੋਇਆ। ਔਰ ਉਹ ਹਰ ਹਫਤੇ ਇਸੇ ਕਰਕੇ ਇਹ ਮੇਰੇ ਖਿਆਲ ਜਦੋਂ ਤੋਂ ਕੋਰੋਨਾ ਸ਼ੁਰੂ ਹੋਇਆ ਉਦੋਂ ਤੋਂ ਮੈਂ ਇਹ ਹਰ ਸੈਟਰਡੇ ਸ਼ੁਰੂ ਕੀਤੇ ਅਪਡੇਟਸ ਦੇਣ ਵਾਸਤੇ। ਔਰ ਮੇਰੇ ਖਿਆਲ 56th ਜਾਂ 57th ਮੇਰਾ ਹੈਗਾ ਇਹ ਲਾਈਵ ਸੈਸ਼ਨ, 56ਵਾਂ, ਕਿ ਹਰ ਸੈਟਰਡੇ ਸਵੇਰੇ 11 ਵਜੇ ਅਪਡੇਟਸ ਆਪਾਂ ਸ਼ੇਅਰ ਕਰਦੇ ਹੈਗੇ। ਸੋ ਹਰ ਇੱਕ ਸਟੂਡੈਂਟਸ ਜਿਨ੍ਹਾਂ ਦੀ ਫਾਈਲ ਲੱਗੀ ਹੋਈ ਹੈ, ਲੱਗਣ ਵਾਲੀ ਹੈ, ਜਿਨ੍ਹਾਂ ਨੇ ਬਾਹਰ ਜਾਣਾ ਹੈ, ਇੱਕ ਦੂਜੇ ਤੁਹਾਡੇ ਫਰੈਂਡਸ ਰਿਲੇਟਿਵਸ ਨੂੰ ਵੀ ਇਹ ਪੋਸਟ ਜ਼ਰੂਰ ਲਾਈਕ ਕਰੋ, ਸ਼ੇਅਰ ਕਰੋ, ਉਹਨਾਂ ਨੂੰ ਭੇਜੋ ਤਾਂ ਕਿ ਉਹਨਾਂ ਨੂੰ ਇਹ ਜਿਹੜੀ ਚੰਗੀਆਂ ਅਪਡੇਟਸ ਨੇ, ਜਿਹੜੀ ਮੇਰੀ ਕੋਸ਼ਿਸ਼ ਕਿ ਫ੍ਰੀ ਦੇ ਵਿੱਚ ਉਹਨਾਂ ਨੂੰ ਬਹੁਤ ਚੰਗੀਆਂ ਜਿਹੜੀ ਲੇਟੈਸਟ ਗੱਲਾਂ ਬਾਤਾਂ ਸ਼ੇਅਰ ਹੋ ਸਕਣ, ਇਹ ਉਹਨਾਂ ਨੂੰ ਵੀ ਜ਼ਰੂਰ ਪਹੁੰਚਾਓ ਤਾਂ ਕਿ ਉਹਨਾਂ ਨੂੰ ਫਾਇਦਾ ਹੋ ਸਕੇ। ਸੋ ਸਪੋਰਟ ਲੈਟਰ ਦੀ ਮੇਰੇ ਕੋਲ ਕੁਐਸਚਨ ਆਇਆ ਸੀਗਾ, ਕਿਸੇ ਸਟੂਡੈਂਟ ਦਾ ਫੋਨ ਤੇ ਗੱਲ ਕੀਤੀ ਗਈ, ਸਪੋਰਟ ਲੈਟਰ ਕੋਈ ਕਿਸੇ ਕਾਲਜ ਨੇ ਨਹੀਂ ਦਿੱਤੀ ਹੈਗੀ ਹੈ। ਸੋ ਉਹਦੀ ਲੋੜ ਹੀ ਨਹੀਂ ਹੈ ਹੁਣ, ਨਾ ਅੰਬੈਸੀ ਵੱਲੋਂ ਨਾ ਏਅਰਲਾਈਨਸ ਨੂੰ, ਫਲਾਈਟ ਵਾਲਿਆਂ ਨੂੰ ਵੀ ਲੋੜ ਨਹੀਂ ਹੈ ਔਰ ਅੰਬੈਸੀ ਨੂੰ ਵੀ ਲੋੜ ਨਹੀਂ ਹੈ। ਫਲਾਈਟ ਲੈ ਕੇ ਜਦੋਂ ਉੱਥੇ ਇਮੀਗ੍ਰੇਸ਼ਨ ਆਫੀਸਰ ਨੂੰ ਮਿਲਾਂਗੇ ਪੋਰਟ ਆਫ ਐਂਟਰੀ ਦੇ ਕੈਨੇਡੀਅਨ ਏਅਰਪੋਰਟ ਤੇ, ਉੱਥੇ ਇਮੀਗ੍ਰੇਸ਼ਨ ਅਫਸਰ ਨੂੰ ਇਸ ਦੀ ਸਪੋਰਟ ਲੈਟਰ ਦੀ ਕਾਲਜ ਵੱਲੋਂ ਲੋੜ ਨਹੀਂ। ਕੋਈ ਕਾਲਜ 10 ਵਿੱਚੋਂ ਇੱਕ ਕਾਲਜ, ਕਿਉਂਕਿ ਜਦੋਂ ਕੁਆਰੰਟੀਨ ਹੁੰਦਾ ਸੀਗਾ ਉਦੋਂ ਉਹਨਾਂ ਨੇ ਬੜੇ ਸਾਰੇ ਇੰਤਜ਼ਾਮ ਕੀਤੇ ਹੋਏ ਸੀ ਕਾਲਜਿਸ ਨੇ ਕੁਆਰੰਟੀਨ ਕਰਨ ਵਾਸਤੇ ਸਟੂਡੈਂਟਸ ਨੂੰ, ਤਾਂ ਕਿ ਦਿੱਕਤ ਨਾ ਆਵੇ। ਉਹਨਾਂ ਨੇ ਆਪਣੇ ਵੱਲੋਂ ਇੰਤਜ਼ਾਮ ਕੀਤੇ ਜੀ, ਥੋੜ੍ਹਾ ਜਿਹਾ ਖਰਚਾ ਲੈ ਕੇ ਕੁਆਰੰਟੀਨ ਕਰਵਾਉਂਦੇ ਸੀ 14 ਦਿਨ ਦਾ। ਸੋ ਉਦੋਂ ਉਹਨਾਂ ਨੂੰ ਉਹ ਕਾਲਜਿਸ ਕਹਿੰਦੇ ਸੀਗੇ ਵੀ ਸਾਡੇ ਕੋਲੋਂ ਲੈਟਰ ਲੈ ਕੇ ਹੀ ਆਓ ਤਾਂ ਕਿ ਸਾਨੂੰ ਪਤਾ ਹੋਵੇ ਤੁਸੀਂ ਫਲਾਣੀ ਤਰੀਕ ਨੂੰ ਆਉਣਾ ਹੈਗਾ ਔਰ ਤੁਸੀਂ ਫਿਰ ਉਹ ਸਾਰਾ ਇੰਤਜ਼ਾਮ ਪ੍ਰੋਪਰਲੀ ਉਸ ਤਰੀਕੇ ਨਾਲ ਹੋ ਸਕੇ। ਹੁਣ ਸਪੋਰਟ ਲੈਟਰ ਦੀ ਜ਼ਰੂਰਤ ਨਹੀਂ ਹੈਗੀ। ਸੋ ਰੀਸੈਂਟਲੀ ਜਿਹੜੀ ਕੈਨੇਡਾ ਅੰਬੈਸੀ ਵੱਲੋਂ ਇੱਕ ਹੋਰ ਕੈਨੇਡਾ ਗੌਰਮੈਂਟ ਵੱਲੋਂ ਰੂਲ ਆਇਆ ਕਿ ਜਿਹੜੇ ਫੁੱਲੀ ਵੈਕਸੀਨੇਟਡ ਨੇ ਉਹਨਾਂ ਨੂੰ ਕੁਆਰੰਟੀਨ ਕਰਨ ਦੀ ਜ਼ਰੂਰਤ ਨਹੀਂ, 3 ਦਿਨ ਦਾ ਹੋਟਲ, 11 ਦਿਨ ਦਾ ਬਾਹਰ ਕੁਆਰੰਟੀਨ ਕਰਨ ਦੀ ਜ਼ਰੂਰਤ ਨਹੀਂ ਹੈਗੀ। ਲੇਕਿਨ ਫਿਰ ਵੀ ਧਿਆਨ ਦੇਣਾ ਕਿ ਕੁਆਰੰਟੀਨ ਪਲਾਨ ਤੁਹਾਡੇ ਕੋਲ ਜ਼ਰੂਰ ਹੋਣਾ ਚਾਹੀਦਾ ਹੈ, ਕਿਉਂਕਿ ਉਸ ਦੇ ਵਿੱਚ ਕੰਡੀਸ਼ਨਸ ਨੇ ਕਿ 14 ਦਿਨ ਪਹਿਲਾਂ ਤੁਹਾਨੂੰ ਸੈਕੰਡ ਡੋਜ਼ ਲੱਗੀ ਹੋਈ ਹੋਣੀ ਚਾਹੀਦੀ ਹੈ ਔਰ ਜਿਹੜਾ ਵੈਕਸੀਨ ਸਰਟੀਫਿਕੇਟ ਹੈਗਾ ਉਹ ਤੁਸੀਂ ਅਰਾਈਵਕੈਨ ਐਪ ਦੇ ਉੱਪਰ ਸਟੂਡੈਂਟ ਨੇ ਅਪਲੋਡ ਕਰਨਾ ਹੈਗਾ, ਸ਼ੁੱਡ ਬੀ ਇਨ ਇੰਗਲਿਸ਼ ਔਰ ਫ੍ਰੈਂਚ। ਸੋ ਇਹ ਸਾਰੀਆਂ ਚੀਜ਼ਾਂ, ਔਰ ਤੁਹਾਨੂੰ ਸਿੰਪਟਮਸ ਨਹੀਂ ਹੋਣੇ ਚਾਹੀਦੇ, ਬੁਖਾਰ ਖਾਂਸੀ ਵਗੈਰਾ ਨਹੀਂ ਹੋਣਾ ਚਾਹੀਦਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਧਿਆਨ ਵਿੱਚ, ਇਹ ਜਦੋਂ ਉੱਥੇ ਜਾ ਕੇ ਪੋਰਟ ਆਫ ਐਂਟਰੀ ਤੇ ਇੰਟਰਵਿਊ ਹੁੰਦੀ, ਗੱਲਬਾਤ ਹੁੰਦੀ ਹੈ ਇਮੀਗ੍ਰੇਸ਼ਨ ਅਫੀਸਰ ਦੇ ਨਾਲ, ਉਦੋਂ ਦੇਖਣਗੇ ਉਹ ਕਿ ਇਫ ਯੂ ਮੀਟ ਆਲ ਦ ਕੰਡੀਸ਼ਨਸ, ਸਾਰੀਆਂ ਸ਼ਰਤਾਂ ਪੂਰੀਆਂ ਨੇ, ਤੇ ਫਿਰ ਉਹਨਾਂ ਨੇ ਵੇਵ ਆਫ ਕਰ ਦੇਣਾ, ਕਹਿ ਦੇਣਾ ਕਿ ਤੁਹਾਨੂੰ ਕੁਆਰੰਟੀਨ ਦੀ ਜ਼ਰੂਰਤ ਨਹੀਂ। ਅਗਰ ਕਿਤੇ ਕੋਈ ਗੜਬੜ ਉਹਨਾਂ ਨੂੰ ਲੱਗੀ ਤੇ ਉਹਨਾਂ ਨੇ ਕਹਿ ਦੇਣਾ ਨਹੀਂ, ਤੁਹਾਨੂੰ ਕੁਆਰੰਟੀਨ ਕਰਨਾ ਪੈਣਾ ਹੈ। ਇਸ ਕਰਕੇ ਹਰ ਇੱਕ ਸਟੂਡੈਂਟ ਜਿਹੜਾ ਇੱਥੋਂ ਜਾਏਗਾ ਉਸ ਨੂੰ ਕੁਆਰੰਟੀਨ ਪਲਾਨ ਲੈ ਕੇ ਜਾਣਾ ਪੈਣਾ, ਮਤਲਬ ਡਿਕਲੇਅਰ ਕਰਨਾ ਪੈਣਾ ਔਰ ਉਹ ਅਰਾਈਵਕੈਨ ਐਪ ਤੇ ਅਪਲੋਡ ਕਰਨਾ ਕਿ ਕਿਹੜੇ ਫਰੈਂਡ ਰਿਲੇਟਿਵ ਕੋਲੇ ਕਿੱਥੇ ਜਾ ਕੇ ਤੁਸੀਂ ਜੇ ਲੋੜ ਪਈ ਤੇ ਉੱਥੇ ਕਿੱਥੇ ਕੁਆਰੰਟੀਨ ਹੋਵੋਗੇ ਤੁਸੀਂ। ਸੋ ਉਹ ਜ਼ਰੂਰੀ ਹੈਗਾ, ਧਿਆਨ ਰੱਖਣਾ ਹੈ। ਲੇਕਿਨ ਕਾਲਜਿਸ ਵੱਲੋਂ ਉਹੀ ਕਿ ਪਹਿਲਾਂ ਕਿਉਂਕਿ ਬਹੁਤ ਸਾਰਿਆਂ ਨੂੰ ਕੁਆਰੰਟੀਨ ਦੀ ਲੋੜ ਸੀਗੀ ਤੇ ਕਾਲਜਿਸ ਨੇ ਮੋਸਟਲੀ, ਜ਼ਿਆਦਾਤਰ ਕਾਲਜਿਸ ਨੇ ਇਹ ਅੰਬੈਸੀ ਦੇ ਕਹਿਣ ਤੇ ਆਪਣੇ ਵੱਲੋਂ ਇੰਤਜ਼ਾਮ ਕੀਤਾ ਸੀ ਤਾਂ ਕਿ ਸਟੂਡੈਂਟਸ ਨੂੰ ਜਿਨ੍ਹਾਂ ਦੇ ਰਿਲੇਟਿਵ ਫਰੈਂਡ ਵਗੈਰਾ ਨਹੀਂ ਹੈਗੇ ਉਹਨਾਂ ਨੂੰ ਦਿੱਕਤ ਨਾ ਆਵੇ, ਥੋੜ੍ਹੇ ਜਿਹੇ ਪੈਸੇ ਲੈ ਕੇ ਕਰਦੇ ਸੀਗੇ। ਲੇਕਿਨ ਹੁਣ ਕਾਲਜਿਸ ਦੇ ਨੇ ਬੰਦ ਕਰ ਦਿੱਤਾ, ਜ਼ਿਆਦਾਤਰ ਕਾਲਜਿਸ ਨੇ ਇਹ ਕੁਆਰੰਟੀਨ ਦਾ ਕੁਝ ਇੰਤਜ਼ਾਮ ਕਰਨਾ। ਇਸ ਕਰਕੇ ਕੁਆਰੰਟੀਨ ਪਲਾਨ ਦੀ ਕਾਲਜ ਵੱਲੋਂ ਅਪਰੂਵਲ ਜਾਂ ਇਸ ਤਰ੍ਹਾਂ ਦੀ ਕੋਈ ਵੀ ਜ਼ਰੂਰਤ ਨਹੀਂ ਹੈਗੀ, ਤੁਸੀਂ ਆਪਣੇ ਫਰੈਂਡ ਰਿਲੇਟਿਵ ਕੋਲੋਂ ਲੈਣਾ ਹੈਗਾ। ਲੇਕਿਨ ਇਹ ਸਾਰੀ ਕਾਲਜ ਦੀਆਂ ਜਿਹੜੀਆਂ ਸ਼ਰਤਾਂ ਨੇ, ਗੱਲਾਂ ਬਾਤਾਂ ਨੇ, ਰੂਲਸ ਰੈਗੂਲੇਸ਼ਨ, ਪਾਲਿਸੀਜ਼ ਔਰ ਅੰਬੈਸੀ ਦੀਆਂ, ਇਹ ਅੰਬੈਸੀ ਦੀ ਵੈਬਸਾਈਟ ਤੇ ਹੈਗੀਆਂ ਨੇ। ਅੰਬੈਸੀ ਦੀਆਂ ਪਾਲਿਸੀਜ਼ ਅੰਬੈਸੀ ਦੀ ਵੈਬਸਾਈਟ ਤੇ, ਕਾਲਜ ਦੀਆਂ ਪਾਲਿਸੀਜ਼ ਕਾਲਜ ਦੀ ਵੈਬਸਾਈਟ। ਸਟੂਡੈਂਟਸ ਜਿਹੜੇ ਨੇ ਜ਼ਿਆਦਾਤਰ ਪੜ੍ਹੇ ਲਿਖੇ ਹੀ ਵੀਜ਼ਾ ਲੱਗਦਾ, ਆਈਲੈਟਸ ਦੇ ਵੀ ਬੈਂਡ ਚਾਹੀਦੇ ਨੇ, ਸਾਰਾ ਪੜ੍ਹੇ ਲਿਖੇ ਹੁੰਦੇ ਨੇ, ਥੋੜ੍ਹਾ ਜਿਹਾ ਕੇਅਰਫੁਲ ਹੋਣ ਦੀ ਜ਼ਰੂਰਤ ਹੈ। ਆਮ ਤੌਰ ਤੇ ਸਟੂਡੈਂਟਸ ਬੜੇ ਕੇਅਰਲੈਸ ਹੁੰਦੇ ਨੇ, ਮੌਜ ਮਸਤੀ ਵਾਲਾ ਮੂਡ ਹੁੰਦਾ ਜ਼ਿਆਦਾਤਰ। ਸੋ ਲੇਕਿਨ ਦੇ ਨੀਡ ਟੂ ਬੀ ਵੈਰੀ ਕੇਅਰਫੁਲ। ਛੋਟੀ ਜਿਹੀ ਗਲਤੀ ਤੁਹਾਨੂੰ ਤਕਲੀਫ ਕਰ ਸਕਦੀ, ਦਿੱਕਤ ਵਿੱਚ ਲਿਆ ਸਕਦੀ ਹੈਗੀ ਹੈ। ਬੀ ਵੈਰੀ ਵੈਰੀ ਕੇਅਰਫੁਲ। ਆਪਣੇ ਜਿਹੜੇ ਕਾਲਜ ਵਿੱਚ ਵੀਜ਼ਾ ਲੱਗਦਾ ਪਿਆ ਜਾਂ ਤੁਹਾਡੀ ਫਾਈਲ ਇਨ ਪ੍ਰੋਸੈਸ ਹੈਗੀ ਹੈ, ਉਸ ਕਾਲਜ ਦੀ ਵੈਬਸਾਈਟ ਤੇ ਜਾ ਕੇ ਸਾਰੀ ਪਾਲਿਸੀਜ਼ ਚੈੱਕ ਕਰਨੀਆਂ ਚਾਹੀਦੀਆਂ ਨੇ। ਅੰਬੈਸੀ ਦੇ ਵੈਬਸਾਈਟ ਤੇ ਵੀ ਜਾ ਕੇ ਪਾਲਿਸੀ ਚੈੱਕ ਕਰਨੀਆਂ ਚਾਹੀਦੀਆਂ ਨੇ। ਹਾਲਾਂਕਿ ਇੱਕ ਗੱਲ ਦਾ ਧਿਆਨ ਰੱਖਣਾ ਕਿ ਥੋੜੀ ਜਿਹੀ ਨੌਲੇਜ ਹੋਣ ਦੇ ਨਾਲ ਆਮ ਤੌਰ ਤੇ ਸਟੂਡੈਂਟਸ ਵੀ, ਹੋਰ ਵੀ ਬੜੇ ਸਾਰੇ ਲੋਕ ਆਪਣੇ ਆਪ ਨੂੰ ਸਿਆਣਾ ਸਮਝਣ ਲੱਗ ਜਾਂਦੇ ਆ। ਫਿਰ ਕਾਲਜ ਦੇ ਵਿੱਚ ਅਪਲਾਈ ਕਰ ਦਿੱਤਾ ਆਫਰ ਲੈਟਰ ਵਾਸਤੇ,
ਜਾਂ ਅੰਬੈਸੀ ਦੇ ਵਿੱਚ ਕਰ ਦਿੱਤਾ ਵੀਜ਼ਾ ਵਾਸਤੇ। ਇਹ ਤਾਂ ਠੀਕ ਹੈ ਕਿ ਵੀ ਗਲਤ ਕੰਸਲਟੈਂਟਸ ਦਾ ਡਰ ਹੁੰਦਾ, ਲੇਕਿਨ ਇਹ ਵੀ ਇਸ ਕਰਕੇ ਲੋਕ ਆਪੇ ਅਪਲਾਈ, ਕਈ ਕੁਝ ਲੋਕ 2 4 5 10% ਜਿਹੜੇ ਨੇ ਆਪੇ ਅਪਲਾਈ ਕਰਨਾ ਪਸੰਦ ਕਰਦੇ ਆ। ਲੇਕਿਨ ਇਹ ਵੀ ਧਿਆਨ ਰੱਖਣਾ ਹੈ ਕਿ ਜਿਹੜਾ ਸਾਡੇ ਵਾਲੇ ਵਰਗੇ ਕੰਸਲਟੈਂਟ ਨੇ 2003 ਦਾ ਮਤਲਬ 18-19 ਸਾਲ ਦਾ ਤਜਰਬਾ ਜਿਹੜਾ ਹੈ ਬਹੁਤ ਮੈਟਰ ਕਰਦਾ। ਤੁਹਾਡੀ ਇੱਕ ਛੋਟੀ ਜਿਹੀ ਗਲਤੀ ਤੁਹਾਡੇ ਵਾਸਤੇ ਇੰਨਾ ਵੱਡਾ ਦਿੱਕਤ ਪੈਦਾ ਕਰ ਸਕਦੀ ਹੈ, ਜਿਹੜੀ ਕਿ ਕਿਉਂਕਿ ਅੱਜ ਜਿਹੜੀ ਇਨਫੋਰਮੇਸ਼ਨ ਤੁਸੀਂ ਕੁਝ ਵੀ ਭਰ ਦਿੱਤੀ ਉਸ ਨੂੰ ਚੇਂਜ ਨਹੀਂ ਕੀਤਾ ਜਾ ਸਕਦਾ। ਤੇ ਉਹ ਜਿਹੜੀ ਹੈ ਉਹ ਕੋਈ ਵੀ, ਔਰ ਬੜੇ ਸਾਰੇ ਲੋਕ ਇਹੋ ਜਿਹੇ ਕੰਸਲਟੈਂਟ ਇਹ ਵੀ ਕਹਿ ਦਿੰਦੇ ਕਿ ਜੀ ਡਾਕੂਮੈਂਟ ਵੀ, ਮੇਰੇ ਕੋਲ ਇੱਕ ਕੇਸ ਆਇਆ ਰੀਸੈਂਟਲੀ, ਕੰਸਲਟੈਂਟ ਕੋਲੇ ਗਏ, ਉਹਨਾਂ ਨੇ ਕੰਸਲਟੈਂਟ ਨੇ ਡਾਕੂਮੈਂਟ ਵੀ ਆਪਣੇ ਕੋਲੋਂ ਲਾਤੇ, ਕੋਈ ਪਤਾ ਨਹੀਂ ਕਿੱਥੋਂ ਲਏ ਕੀ ਕੀਤਾ, ਡਾਕੂਮੈਂਟਸ ਵੀ ਆਪਣੇ ਕੋਲੋਂ ਲਾਤੇ, ਕਾਲਜ ਤੋਂ ਆਫਰ ਲੈਟਰ ਆਈ, ਸਟੂਡੈਂਟ ਨੂੰ ਆਫਰ ਲੈਟਰ ਵੀ ਨਹੀਂ ਦਿੱਤੀ, ਔਰ ਕਹਿੰਦੇ AIP ਆ ਗਿਆ, ਪੁਰਾਣੀ ਗੱਲ ਹੋਣੀ ਹੈ, ਤੇ AIP ਦੀ ਕਾਪੀ ਵੀ ਨਹੀਂ ਦਿੱਤੀ। ਸੋ ਉਹ ਸਟੂਡੈਂਟ ਇੰਨਾ ਘਬਰਾ ਗਿਆ, ਉਸਨੇ ਆਪਣੇ ਕੰਸਲਟੈਂਟ ਨੂੰ ਕਹਿ ਦਿੱਤਾ ਕਿ ਜੀ ਮੇਰਾ ਅੰਬੈਸੀ ਤੋਂ ਵਿਡਰਾ ਕਰ ਦਿਓ। ਉਹ ਕੰਸਲਟੈਂਟ ਕਹਿੰਦੇ ਜੀ ਅੰਬੈਸੀ ਤੋਂ ਵਿਡਰਾ ਕਰ ਲਿਆ, ਕਾਲਜ ਤੋਂ ਰਿਫੰਡ ਪਾ ਦਿੱਤਾ। ਲੇਕਿਨ ਹੁਣ ਸਾਡੇ ਕੋਲ ਆਇਆ ਕਿ ਮੈਨੂੰ ਵੀਜ਼ਾ ਲਵਾ ਦਿਓ, ਲੇਕਿਨ ਉਹ ਦੇਖੋ ਬੜਾ ਕੁਝ ਚਾਹੀਦਾ ਹੁੰਦਾ, ਕਾਲਜ ਤੋਂ ਰਿਫੰਡ ਪਾਇਆ ਨਹੀਂ ਪਾਇਆ ਕਿ ਪੈਸੇ ਕੰਸਲਟੈਂਟ ਖਾ ਜਾਏਗਾ। ਔਰ ਇਸ ਸਾਰੇ ਕਿਚੜ ਵਾਲੇ ਕੰਮ ਦੇ ਵਿੱਚ ਅਸੀਂ ਆਪਣੀ ਇੰਟਰਫੇਰੈਂਸ ਕਰਾਂਗੇ ਤੇ ਸਾਡਾ ਵੀ ਵਿੱਚ ਮੁਸ਼ਕਿਲ ਹੋ ਜਾਏਗਾ, ਸਾਨੂੰ ਕਿਤੇ ਅਸੀਂ ਨਾ ਚੱਕਰਾਂ 'ਚ ਫਸ ਜਾਈਏ। ਇਹਦਾ ਮਤਲਬ ਇਹ ਕਿ ਕਾਲਜ ਤੋਂ ਰਿਫੰਡ ਆਵੇ ਨਾ ਆਵੇ ਕੀ ਪ੍ਰੋਬਲਮ ਹੋਏਗੀ, ਅੰਬੈਸੀ ਤੋਂ ਵਿਡਰਾ ਕੀਤਾ ਨਹੀਂ ਕੀਤਾ, ਇੱਕ ਵਾਰੀ 'ਚ 2 ਵਾਰੀ ਫਾਈਲਾਂ ਨਹੀਂ ਲਾ ਸਕਦੇ, ਤੇ ਵਿਡਰਾ ਕੀਤਾ ਕਿ ਨਹੀਂ, ਕੀ ਸਟੇਟਸ ਹੈਗਾ ਅੰਬੈਸੀ ਦੇ ਵਿੱਚ, ਇਹ ਸਾਰੀਆਂ ਚੀਜ਼ਾਂ। ਫਿਰ ਡਾਕੂਮੈਂਟ ਲਾਏ, ਉਹਨਾਂ ਨੂੰ ਕਾਪੀ ਨਹੀਂ ਦਿੱਤੀ ਕੰਸਲਟੈਂਟ ਨੇ, ਆਪਣੇ ਜਿਹੜੇ ਕਲਾਇੰਟ ਨੂੰ, ਜਿਹੜੇ ਸਟੂਡੈਂਟ ਨੂੰ ਕਿਹੜੇ ਡਾਕੂਮੈਂਟ ਲਾ ਦਿੱਤੇ, ਕੀ ਡਾਕੂਮੈਂਟ ਲਾਏ, ਇਹ ਸਾਰਾ ਕੁਝ ਬੜਾ ਚੱਕਰਾਂ ਵਾਲਾ ਕੰਮ। ਸੋ ਇਹੋ ਜਿਹੇ ਕੰਸਲਟੈਂਟਸ ਤੋਂ ਬਚਣਾ ਹੈਗਾ। ਅਸੀਂ ਕਿਸੇ ਵੀ ਚੀਜ਼ ਨੂੰ ਨਾ ਇਸ ਤਰ੍ਹਾਂ ਦਾ ਕੁਝ ਕਰਦੇ ਹੈਗੇ ਆ, ਨਾ ਹੀ ਪੈਸੇ ਦਾ ਸਵਾਲ ਕੋਈ, ਔਰ ਨਾ ਹੀ ਕਰਵਾਉਣਾ ਚਾਹੀਦਾ ਹੈ। ਕੱਲ ਇੱਕ ਸਟੂਡੈਂਟ ਮੈਨੂੰ ਮਿਲਿਆ 53% ਮਾਰਕਸ, ਤੇ ਉਹ ਕਹਿੰਦਾ ਜੀ ਕੋਈ ਕੰਸਲਟੈਂਟ ਕਹਿੰਦਾ ਸੀਗਾ ਕਿ ਮੈਂ ਤੇਰੇ ਡਾਕੂਮੈਂਟ ਆਪੇ ਬਣਾ ਕੇ ਲਾ ਦਾਂਗਾ। ਸੋ ਦੇਖੋ ਸਾਡਾ ਜਿਹੜਾ ਇੱਕ ਸਟੂਡੈਂਟ ਦਾ ਰੀਸੈਂਟਲੀ ਆਇਆ ਸੀ 47% ਦਾ ਵੀ ਵੀਜ਼ਾ ਆਇਆ ਸੀਗਾ। ਸੋ ਬੈਟਰ ਉਹ ਹੈਗਾ ਕਿ ਜਾਇਜ਼ ਕੰਮ ਕਰਕੇ ਜਾਇਜ਼ ਡਾਕੂਮੈਂਟ ਲਾ ਕੇ ਆਪਾਂ ਚਾਂਸ ਲਈਏ, ਭਾਵੇਂ ਲੱਗੇ ਨਾ ਲੱਗੇ, ਲੱਗ ਵੀ ਸਕਦਾ, ਰੱਬ ਦੀ ਮਿਹਰ ਨਾਲ, ਕੋਈ ਐਸੀ ਗੱਲ ਨਹੀਂ ਹੈ। ਬੜੇ ਲੋ ਮਾਰਕਸ, ਘੱਟ ਨੰਬਰ 52 53 47 ਬੜੇ ਸਾਰੇ ਲੋਕਾਂ ਦੇ ਵੀਜ਼ੇ ਲੱਗ ਜਾਂਦੇ। ਔਰ ਜੇ ਗਲਤ ਡਾਕੂਮੈਂਟ ਲਾਵਾਂਗੇ, ਥੋੜਾ ਜਿਹਾ ਅੰਬੈਸੀ ਨੇ ਦੇਖ ਲਿਆ ਤੇ 5 ਸਾਲ ਦਾ ਬੈਨ ਹੁੰਦਾ, ਕੁਝ ਵੀ ਝੂਠ ਬੋਲਣ ਤੇ ਮਿਸ ਰਿਪਰੈਜ਼ੈਂਟ ਕਰਨ ਦੇ, ਗਲਤ ਕੁਝ ਲਿਖਣ ਤੇ 5 ਸਾਲ ਦਾ ਬੈਨ ਹੁੰਦਾ ਹੈ। ਸੋ ਖਿਆਲ ਰੱਖਣਾ। ਫਲਾਈਟਸ ਫਿਲਹਾਲ 21 ਅਗਸਤ ਤੱਕ ਬੰਦ ਨੇ, ਇਨਡਾਇਰੈਕਟ ਰੂਟ ਤੋਂ ਜਾ ਸਕਦੇ ਨੇ, ਲੇਕਿਨ ਜਿਹੜੇ ਸਟੂਡੈਂਟਸ ਨੇ ਇੱਕ ਸਮੈਸਟਰ 2 ਸਾਲ ਦਾ ਕੋਰਸ ਸੀਗਾ, ਇੱਕ ਸਮੈਸਟਰ ਹੋ ਚੁੱਕਾ ਹੈਗਾ ਜਾਂ ਨਵਾਂ ਸਮੈਸਟਰ ਹੁਣ ਸਤੰਬਰ ਸ਼ੁਰੂ ਕਰਨਗੇ, ਮੈਂ ਸਮਝਦਾ 21 ਅਗਸਤ ਤੋਂ ਪਹਿਲਾਂ ਜਲਦਬਾਜ਼ੀ ਕਰਕੇ ਇਨਡਾਇਰੈਕਟ ਰੂਟ ਤੋਂ ਜਾਣਾ ਠੀਕ ਨਹੀਂ ਹੈਗਾ। ਹੁਣ ਇਹ ਪਤਾ ਲੱਗਿਆ ਸੀਗਾ, ਅੱਜ ਮੈਨੂੰ ਖਬਰ ਆਈ ਕਿ ਕਤਰ ਵਾਲੇ ਵੀ, ਥਰੂ ਕਤਰ ਜਿਹੜਾ ਹੈ ਇੰਡਾਇਰੈਕਟ ਫਲਾਈਟ ਲੈਂਦੇ ਪਏ ਸੀ ਕਈ ਲੋਕ, ਉਹਨਾਂ ਦਾ ਵੀ 10 ਦਿਨ ਦਾ ਕੁਆਰੰਟੀਨ ਹੋਣਾ, ਉਹਨਾਂ ਨੇ ਰੂਲ ਸ਼ੁਰੂ ਕਰ ਦਿੱਤਾ, ਪਾਲਿਸੀ ਬਣਾ ਦਿੱਤੀ, 10 ਦਿਨ ਦਾ ਕੁਆਰੰਟੀਨ ਹੋਣਾ ਜ਼ਰੂਰੀ ਹੋ ਗਿਆ। ਤੇ ਮੈਕਸੀਕੋ ਇੱਕ ਹੈਗਾ ਕੰਟਰੀ, ਉਸ ਦੇ ਥਰੂ ਕਾਫੀ ਸਾਰੇ ਸਟੂਡੈਂਟਸ ਗਏ ਸੀ, ਮੇਰੇ ਖਿਆਲ ਫਿਲਹਾਲ ਠੀਕ ਹੈਗਾ। ਲੇਕਿਨ ਇੰਨੇ ਸਾਰੇ ਜਿਹੜੇ ਕੰਟਰੀਜ਼ ਨੇ ਜਿਨ੍ਹਾਂ ਦੇ ਇੰਡਾਇਰੈਕਟ ਫਲਾਈਟ, ਜਿਨ੍ਹਾਂ ਦੇ ਥਰੂ ਜਾਂਦੇ ਨੇ ਸਟੂਡੈਂਟਸ ਵਗੈਰਾ, ਜਿਹੜੇ ਵੀ ਕਲਾਇੰਟਸ, ਉਹ ਅਚਾਨਕ ਰੂਲ ਬਣਾ ਦਿੰਦੇ। ਉੱਥੇ ਕਈ ਜਿਹੜਾ ਰੀਸੈਂਟਲੀ ਇੱਕ ਬਾਰਡਰ ਤੇ ਇੱਕ ਕੰਟਰੀ ਨੇ ਕੀਤਾ ਕਿ ਉੱਥੇ ਸਟੂਡੈਂਟ ਪਹੁੰਚੇ, ਉਦੋਂ ਤੱਕ ਨਹੀਂ ਸੀਗਾ ਰੂਲ, ਜਦੋਂ ਪਹੁੰਚੇ ਉੱਥੇ ਉਸੇ ਦਿਨ ਰੂਲ ਸਵੇਰੇ ਪਾਸ ਕੀਤਾ ਕਿ ਅੱਜ ਤੋਂ ਬਾਅਦ ਹਫ਼ਤੇ ਦੀ ਕੁਆਰੰਟੀਨ ਜ਼ਰੂਰੀ ਹੈਗਾ। ਉਹ ਸਾਰਿਆਂ ਨੂੰ ਕੁਆਰੰਟੀਨ ਹੋਣਾ ਪਿਆ। ਫਲਾਈਟ ਨੈਕਸਟ ਜਾਣੀ ਸੀ ਕੁਝ ਘੰਟਿਆਂ ਬਾਅਦ, ਉਹ ਵੀ ਮਿਸ ਕਰਨੀ ਪਈ। ਹਫ਼ਤਾ ਉੱਥੇ ਕੁਆਰੰਟੀਨ, ਉਹਨਾਂ ਦਾ ਹੋਟਲ ਦਾ ਸਾਰਾ ਖਰਚਾ, ਔਰ ਹਫ਼ਤੇ ਬਾਅਦ ਫਿਰ ਫਲਾਈਟ ਲਈ, ਤੇ ਨੈਚੁਰਲੀ ਟਾਈਮ ਵੀ ਲੱਗਿਆ, ਤਕਲੀਫ ਵੀ ਆਈ ਔਰ ਖਰਚਾ ਵੀ ਜ਼ਿਆਦਾ। ਸੋ ਬੈਟਰ ਹੈਗਾ ਵੈਸੇ ਜਿਹੜਾ ਜਿਨ੍ਹਾਂ ਦਾ ਰੀਸੈਂਟਲੀ ਨਵਾਂ ਸ਼ੁਰੂ ਹੋਣਾ ਹੈ ਸਤੰਬਰ ਵਿੱਚ, ਜਾਂ ਇੱਕ ਅੱਧਾ ਸਮੈਸਟਰ ਹੋਇਆ ਤਾਂ ਹਲੇ 3 ਸਮੈਸਟਰ ਪਏ ਨੇ, ਤੇ ਜਿੱਦਾਂ 21 ਅਗਸਤ ਤੋਂ ਬਾਅਦ ਬੜੀ ਹਾਈ ਚਾਂਸਿਸ ਨੇ ਖੁੱਲਣਗੀ, ਜਾਂ ਨਹੀਂ ਵੀ ਖੁੱਲੂਗਾ ਹੋਰ 15-20 ਦਿਨ ਮਹੀਨੇ ਬਾਅਦ ਚਲੇ ਜਾਵਾਂਗੇ। ਔਰ ਆਨਲਾਈਨ ਕਲਾਸਾਂ ਤੁਸੀਂ ਚੈੱਕ ਜ਼ਰੂਰ ਕਰ ਲਓ ਤੁਹਾਡਾ ਕੋਰਸ ਆਨਲਾਈਨ ਹੈਗਾ ਕਿ ਨਹੀਂ ਹੈਗਾ। ਜੇ ਤਾਂ ਹੈਗਾ, ਇਨ ਪਰਸਨ ਹੀ ਕੁਝ ਕੋਰਸਿਸ ਹੁੰਦੇ ਨੇ ਜਿਹੜੇ ਇਨ ਪਰਸਨ ਹੀ ਹੁੰਦੇ ਨੇ, ਤੇ ਉਹ ਫਿਰ ਆਪਾਂ ਜਾਂ ਹੁੰਦੇ ਨੇ ਡੂਅਲ ਮੋਡ ਦਾ ਮਤਲਬ ਇਹ ਕਿ ਇਨ ਪਰਸਨ ਵੀ ਆ ਕੁਝ ਕਲਾਸਾਂ, ਇਨ ਪਰਸਨ ਕੁਝ ਕਲਾਸਾਂ ਆਨਲਾਈਨ।
ਸੋ ਇਹਨਾਂ ਦੋਨਾਂ ਕੇਸਿਸ ਦੇ ਵਿੱਚ ਆਪਾਂ ਨੂੰ ਜਾਣਾ ਪੈਣਾ ਸਟੂਡੈਂਟ ਨੂੰ, ਭਾਵੇਂ ਇੰਡਾਇਰੈਕਟ ਫਲਾਈਟਸ ਦੇ ਥਰੂ ਜਾਣ ਜਾਂ ਫਿਰ 21 ਅਗਸਤ ਤੋਂ ਬਾਅਦ ਅਗਰ ਡਾਇਰੈਕਟ ਫਲਾਈਟਾਂ ਖੁੱਲ ਜਾਂਦੀਆਂ ਤੇ 21 ਅਗਸਤ ਤੱਕ ਤਾਂ ਵੇਟ ਕਰ ਸਕਦੇ ਆ, ਨਹੀਂ ਖੁੱਲਦੀਆਂ ਤੇ ਫਿਰ ਇੰਡਾਇਰੈਕਟ ਫਲਾਈਟ ਦੇ ਥਰੂ ਆਪਾਂ ਕਿਸੇ ਹੋਰ ਕੰਟਰੀ ਦੇ ਥਰੂ ਚਲੇ ਜਾਣਗੇ। ਲੇਕਿਨ ਜਿਨ੍ਹਾਂ ਦੀ ਕੋਰਸਿਸ ਆਨਲਾਈਨ ਹੈਗੇ ਨੇ, ਟੋਟਲ ਕੋਰਸ ਆਨਲਾਈਨ ਹੈਗਾ, ਉਹਨਾਂ ਨੂੰ ਜਲਦਬਾਜ਼ੀ ਕਰਨ ਦੀ ਜ਼ਰੂਰਤ ਨਹੀਂ ਹੈਗੀ। ਉਹ ਆਨਲਾਈਨ ਕਲਾਸਿਸ ਜ਼ਿਆਦਾਤਰ ਸਟੂਡੈਂਟ ਸਕਸੈਸਫੁਲੀ ਅਟੈਂਡ ਕਰਦੇ ਨੇ। ਇੱਥੇ ਬਹੁਤ ਸਾਲ ਸਵਾ ਸਾਲ ਹੋ ਗਿਆ ਜਦ ਤੋਂ ਕਰੋਨਾ ਹੋਇਆ, ਆਨਲਾਈਨ ਕਲਾਸਿਸ ਸਟੂਡੈਂਟ ਸਕਸੈਸਫੁਲ ਹੈਗੇ ਨੇ, ਕੋਈ ਦਿੱਕਤ ਨਹੀਂ ਉਹਨਾਂ ਨੂੰ ਹੋਈ। ਤੁਸੀਂ ਸਟੂਡੈਂਟ ਜਿਹੜੇ ਨੇ ਆਨਲਾਈਨ ਕਲਾਸਿਸ ਸ਼ੁਰੂ ਕਰ ਸਕਦੇ ਹੋ। ਉਹ ਆਨਲਾਈਨ ਕਲਾਸਿਸ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਸਤੇ ਵੀ ਅਲਾਉਡ ਹੈਗੀਆਂ, ਕਿਸੇ ਤਰ੍ਹਾਂ ਦੀ ਡਰਨ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਸਾਰਾ ਕੁਝ ਉਹ ਲੀਗਲ ਹੈਗਾ, ਤੁਸੀਂ ਇੱਥੇ ਬੈਠ ਕੇ ਆਨਲਾਈਨ ਕਲਾਸਾਂ ਲਾ ਸਕਦੇ ਹੈਗੇ ਹੋ। ਚੰਗਾ ਕੰਪਿਊਟਰ, ਚੰਗਾ ਇੰਟਰਨੈਟ ਚਾਹੀਦਾ ਹੈਗਾ। ਸਾਰੇ ਸਟੂਡੈਂਟਸ ਅੱਜ ਤੱਕ ਕਿਸੇ ਨੂੰ ਕੋਈ ਤਕਲੀਫ ਨਹੀਂ ਆਈ। ਤੇ ਇੱਕ ਜਿਹੜਾ ਹੈਗਾ ਹੁਣ ਸਤੰਬਰ ਦੇ ਵੀਜ਼ੇ ਲੱਗਦੇ ਪਏ ਨੇ ਜਾਂ ਕਈਆਂ ਦੇ ਨਹੀਂ ਹਲੇ ਆਏ ਵੀਜ਼ੇ, ਪੈਂਡਿੰਗ ਰਿਜ਼ਲਟ ਹੈਗਾ, ਉਹ ਸਾਰੇ ਸਟੂਡੈਂਟਸ ਆਪਣਾ ਦੇਖ ਲੈਣ ਕਿ ਕਾਲਜ ਸੇਫ ਹੈ ਜਾਂ ਅਨਸੇਫ ਹੈ। ਦਾ ਮਤਲਬ ਇਹ ਕਿ ਜਿਨ੍ਹਾਂ ਦੀ ਹਲੇ ਪੈਂਡਿੰਗ ਨੇ ਰਿਜ਼ਲਟ, ਉਹ ਬੜੇ ਸਾਰੇ ਕਾਲਜਿਸ ਅਲਾਉ ਕਰਦੇ ਪਏ ਨੇ ਕਿ ਤੁਹਾਡਾ ਰਿਜ਼ਲਟ ਨਹੀਂ ਵੀ ਆਇਆ, ਫਿਰ ਵੀ ਤੁਸੀਂ ਆਨਲਾਈਨ ਕਲਾਸਾਂ ਲਾ ਸਕਦੇ ਹੋ। ਲੇਕਿਨ ਸਿਰਫ ਆਪਾਂ ਤਾਂ ਹੀ ਲਾਵਾਂਗੇ ਕੁਝ ਕਾਲਜਿਸ ਜਿਹੜੇ ਕਲਾਸਾਂ ਸ਼ੁਰੂ ਕਰ ਲਈਏ, ਉਸ ਤੋਂ ਬਾਅਦ ਜੇ ਕਲਾਸਾਂ ਲਾਉਣ ਤੋਂ ਬਾਅਦ ਰਿਫਿਊਜ਼ਲ ਆ ਵੀ ਜਾਂਦੀ ਹੈ, ਮੰਨ ਲਓ 10 ਚੋਂ 1-2 ਦੀ, ਤੇ ਉਹ ਫਿਰ ਪੂਰੀ ਫੀਸ ਮੋੜ ਦੇਣ। ਇਹ ਹੈਗੇ ਨੇ ਸੇਫ ਕਾਲਜ, ਉਹਨਾਂ ਦੀ ਆਨਲਾਈਨ ਕਲਾਸਿਸ ਲਾ ਲੈਣੀਆਂ ਚਾਹੀਦੀਆਂ। ਕਈ ਕਾਲਜਿਸ ਨੇ ਜਿਨ੍ਹਾਂ ਦੀ ਜਿਹੜੀ ਆਨਲਾਈਨ ਕਲਾਸਾਂ ਆਪਾਂ ਸ਼ੁਰੂ ਕਰ ਲਈਆਂ, ਮਹੀਨੇ ਬਾਅਦ ਰਿਜ਼ਲਟ ਆਇਆ, ਮੰਨ ਲਓ 10 ਚੋਂ 1-2 ਦੀ ਰਿਫਿਊਜ਼ਲ ਹੋ ਗਈ, ਤੇ ਫਿਰ ਜਿਨ੍ਹਾਂ ਦੀ ਰਿਫਿਊਜ਼ਲ ਹੋਈ ਉਹਨਾਂ ਦਾ ਪੈਸੇ ਨਹੀਂ ਮੋੜਨਗੇ, ਇੱਕ ਸਮੈਸਟਰ ਦੀ ਫੀਸ ਖਰਾਬ ਹੋ ਜਾਏਗੀ। ਇਹ ਹੈਗੇ ਨੇ ਅਨਸੇਫ ਕਾਲਜ, ਇਹਨਾਂ ਦੀ ਆਨਲਾਈਨ ਕਲਾਸਿਸ ਅਵੋਇਡ ਕਰਨੀਆਂ ਚਾਹੀਦੀਆਂ। ਜੇ ਇਹ ਇਹੋ ਜਿਹੇ ਕਾਲਜਿਸ ਆਪਾਂ ਨੂੰ ਆਪਸ਼ਨ ਦਿੰਦੇ ਨੇ ਡੈਫਰਮੈਂਟ ਦੀ, ਤੇ ਆਪਾਂ ਨੂੰ ਅਗਲੇ ਸਮੈਸਟਰ ਵਾਸਤੇ ਡੈਫਰਮੈਂਟ ਦੀ ਰਿਕੁਐਸਟ ਪਾ ਕੇ ਅਗਲੇ ਇਨਟੇਕ ਦੇ ਵਿੱਚ ਜਾਣਾ ਚਾਹੀਦਾ ਹੈਗਾ। ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ, ਭਾਵੇਂ ਤੁਹਾਡਾ ਰਿਜ਼ਲਟ ਪੈਂਡਿੰਗ ਹੈ, ਭਾਵੇਂ ਵੀਜ਼ਾ ਆ ਗਏ ਨੇ। ਰਜਿਸਟ੍ਰੇਸ਼ਨ ਬੜੇ ਸਾਰੇ ਕਾਲਜਿਸ ਦੀ ਸ਼ੁਰੂ ਹੋਣ ਵਾਲੀ ਹੈਗੀ ਹੈ ਜਾਂ ਹੋ ਗਈ ਹੈ ਕੁਝ ਦੀ। ਉਹ ਤੁਸੀਂ ਵੈਸੇ ਤੁਹਾਡਾ ਸਟੂਡੈਂਟਸ ਦਾ ਆਪਣਾ ਕੰਮ ਹੁੰਦਾ ਹੈ, ਕਿਉਂਕਿ ਕੈਨੇਡਾ ਵਿੱਚ ਜਾ ਕੇ ਵੀ ਨੈਕਸਟ ਸਮੈਸਟਰਸ ਦੀ ਰਜਿਸਟ੍ਰੇਸ਼ਨਾਂ ਹੋਣਗੀਆਂ, ਤੁਸੀਂ ਆਪ ਹੀ ਕਰਨੀਆਂ ਹੋਣਗੀਆਂ। ਹੁਣ ਫਸਟ ਸਮੈਸਟਰ ਦੀ ਰਜਿਸਟ੍ਰੇਸ਼ਨ ਹੈਗੀ ਹੈ ਤੇ ਤੁਸੀਂ ਆਪ ਕਰਨੀ ਹੈ, ਸਾਡਾ ਰੋਲ ਨਹੀਂ ਹੁੰਦਾ ਹਾਲਾਂਕਿ, ਲੇਕਿਨ ਫਿਰ ਵੀ ਕੋਈ ਤਕਲੀਫ ਆਉਂਦੀ ਹੈ ਤਾਂ ਸਾਡੇ ਸਾਰੇ ਆਫਿਸਿਸ ਦੇ ਵਿੱਚ ਕੰਟੈਕਟ ਕਰਕੇ ਗੱਲਬਾਤ ਕਰਕੇ ਹੈਲਪ ਲੈ ਸਕਦੇ ਹੋ। ਲੇਕਿਨ ਰਜਿਸਟ੍ਰੇਸ਼ਨ ਦਾ ਧਿਆਨ ਰੱਖੋ। ਆਪਣੀ ਈਮੇਲ ਆਈਡੀ ਜਿਹੜੀ ਕਾਲਜ ਨੂੰ ਭੇਜੀ ਸੀ, ਉਹ ਜਾਂ ਕਾਲਜ ਦੀ ਐਪ ਦੇ ਵਿੱਚ ਜਿਹੜੇ ਕਾਲਜਿਸ ਅਪਡੇਟ ਕਰਦੇ ਪਏ ਨੇ ਅੱਡ ਜਿਹੜੇ ਉਹਨਾਂ ਦੀ ਪਾਲਿਸੀਜ਼, ਰਿਫੰਡ ਪਾਲਿਸੀਆਂ ਜਾਂ ਹੋਰ ਸਾਰੀਆਂ ਗੱਲਾਂ ਬਾਤਾਂ, ਤੁਹਾਨੂੰ ਜਿਹੜੀ ਜਿੰਨੀ ਵੀ ਪਾਲਿਸੀਜ਼ ਡਿਸਕਸ਼ਨਸ ਔਰ ਤੁਹਾਡੇ ਜਿਹੜੇ ਕੋਰਸਿਸ ਨੂੰ ਲੈ ਕੇ ਅਪਡੇਟਸ ਜਿਹੜੇ ਭੇਜਦੇ ਪਏ ਨੇ, ਉਹਨਾਂ ਨੂੰ ਤੋਂ ਜਾਣੂ ਰਹੋ, ਅਪਡੇਟਡ ਰਹੋ। ਸਟੂਡੈਂਟਸ ਬਿਲਕੁਲ ਕੇਅਰਫੁਲ ਰਹੋ। ਇਹ ਐਪ ਜਿਹੜੀ ਹੈਗੀ ਕਾਲਜ ਵਾਲੀ ਜਾਂ ਈਮੇਲ ਆਈਡੀ ਡੇਲੀ ਚੈੱਕ ਕਰੋ, ਬਿਲਕੁਲ ਵੀ ਲਾਪਰਵਾਹੀ ਨਹੀਂ ਕਰਨੀ, ਬਹੁਤ ਮਹਿੰਗੀ ਪੈਣੀ ਆਪਾਂ ਨੂੰ। ਔਰ ਉਹੀ ਅਗੇਨ ਸਟੂਡੈਂਟਸ ਆਪਣੇ ਆਪ ਬਿਲਕੁਲ ਨਾ ਅਪਲਾਈ ਕਰਨ। ਜੇ ਆਫਰ ਲੈਟਰ ਕਾਲਜ ਐਡਮਿਸ਼ਨ ਵਾਸਤੇ ਸਾਡੇ ਥਰੂ ਅਪਲਾਈ ਕਰਦੇ, ਮਿਹਨਤ ਵੀ ਅਸੀਂ ਕਰਨੀ, ਅਪਲਾਈ ਵੀ ਅਸੀਂ ਕਰਨਾ। ਰੂਲ ਰੈਗੂਲੇਸ਼ਨ ਨੇ, ਅਲੱਗ-ਅਲੱਗ ਤਰੀਕੇ ਨੇ ਅਪਲਾਈ ਕਰਨ ਦੇ, ਔਰ ਅਸੀਂ ਫਿਰ ਡਾਇਰੈਕਟ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ, ਔਰ ਉਸ ਦਾ ਖਰਚਾ ਨਹੀਂ ਹੈਗਾ, ਫੀਸ ਨਹੀਂ ਹੈਗੀ। ਜੇ ਸਟੂਡੈਂਟਸ ਆਪਣੇ ਆਪ ਮੰਗਵਾ ਲੈਂਦੇ ਨੇ, ਆਪੇ ਐਡਮਿਸ਼ਨ ਕਰਵਾਉਂਦੇ ਨੇ, ਮਿਹਨਤ ਵੀ ਕਰਦੇ ਨੇ, ਆਫਰ ਲੈਟਰ ਤੋਂ ਅਸੀਂ ਆਪ ਮੰਗਵਾ ਲਈ, ਫਿਰ ਕਾਲਜ ਨੇ ਸਾਨੂੰ ਉਹਨਾਂ ਸਟੂਡੈਂਟਸ ਵਾਸਤੇ ਕੰਪਨਸੇਟ ਨਹੀਂ ਕਰਨਾ। ਦਾ ਮਤਲਬ ਆਫਿਸ ਦੇ ਖਰਚੇ ਉਹਨਾਂ ਸਟੂਡੈਂਟਸ ਵਾਸਤੇ ਨਹੀਂ ਦੇਣੇ। ਤੇ ਇਨ ਦੈਟ ਕੇਸ ਅਸੀਂ ਫੀਸ ਲੈਂਦੇ ਹਾਂ ਸਟੂਡੈਂਟਸ ਕੋਲੋਂ, ਉਹ ਜ਼ਿਆਦਾ ਹੋ ਜਾਂਦੀ ਹੈ, ਸਟੂਡੈਂਟਸ ਨੂੰ ਦਿੱਕਤ ਆਏਗੀ। ਐਕਸਪਰਟੀਜ਼ ਬਹੁਤ ਮੈਟਰ ਕਰਦੀ ਹੈਗੀ ਹੈ, ਸੋ ਸਾਡੀ ਐਕਸਪਰਟੀਜ਼ ਦਾ ਫਾਇਦਾ ਚੱਕੋ। ਵੈਲਕਮ। ਓਨੈਸਟੀ ਦੀ 100% ਗਰੰਟੀ, ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਤੁਹਾਡਾ ਖਿਆਲ ਔਰ ਓਨੈਸਟੀ। ਔਰ ਫੀਸ ਵੀ ਬੜੀ ਘੱਟ, ਸਿਰਫ 2000 ਰੁਪਏ ਸਟੂਡੈਂਟਸ ਵਾਸਤੇ। ਬਾਕੀ ਵੀ ਜਿਹੜੇ ਸਪਾਊਸ ਵੀਜ਼ਾ ਹੈਗੇ ਆ ਜਾਂ ਤੁਹਾਡੇ ਵਿਜ਼ਟਰ ਵੀਜ਼ਾ ਹੈਗੇ ਆ, ਸੁਪਰ ਵੀਜ਼ਾ ਹੈਗੇ ਆ, ਹੋਰ ਬੜੇ ਸਾਰੇ ਵੀਜ਼ਾ, ਖਾਸ ਤੌਰ 'ਤੇ ਜਿਹੜੇ ਸਟੂਡੈਂਟਸ ਵਾਰਾ ਕੈਨੇਡਾ 'ਚ ਬੈਠੇ ਨੇ ਜਾਂ ਉਹ ਸਿਟੀਜ਼ਨਸ਼ਿਪ ਕਰਵਾਉਣਾ ਚਾਹੁੰਦੇ ਨੇ ਜਾਂ ਆਪਣੇ ਪੇਰੈਂਟਸ ਦੀ PR ਕਰਵਾਉਣਾ ਚਾਹੁੰਦੇ ਨੇ, ਜਿਹੜੇ ਉੱਥੇ PR ਜਾਂ ਸਿਟੀਜ਼ਨ ਨੇ ਉਹੀ ਕਰਵਾ ਸਕਦੇ ਨੇ ਪੇਰੈਂਟਸ ਦੀ PR। ਸਟੂਡੈਂਟਸ ਨਹੀਂ ਕਰਵਾ ਸਕਦੇ, ਜਿਹੜੇ ਟੈਂਪਰੇਰੀ ਰੈਜ਼ੀਡੈਂਟ ਨੇ ਉਹ ਨਹੀਂ ਕਰਵਾ ਸਕਦੇ। PR ਜਾਂ ਸਿਟੀਜ਼ਨ ਆਪਣੇ ਪੇਰੈਂਟਸ ਦੀ PR ਹੁਣ ਆਉਣ ਵਾਲੀ ਹੈਗੀ ਹੈ, ਪਾਲਿਸੀ ਤੇ ਸ਼ੁਰੂ ਹੋ ਜਾਏਗੀ ਅਪਲਾਈ ਕਰਨਾ, ਤੇ ਉਹਦੇ ਵਾਸਤੇ ਵੀ ਸਾਡਾ ਕੈਨੇਡਾ ਆਫਿਸ ਜਾਂ ਇੰਡੀਆ ਆਫਿਸ 70613 ਇੰਡੀਆ ਦਾ ਨੰਬਰ ਹੈਗਾ, ਉੱਥੇ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਗੱਲਬਾਤ ਕਰ ਸਕਦੇ ਹੋ। ਔਰ ਮੈਨੂੰ ਮਿਲਣ ਵਾਸਤੇ ਵੀ ਇਸੇ ਨੰਬਰ ਤੇ ਕਾਲ ਕਰਕੇ ਅਪਾਇੰਟਮੈਂਟ ਫਿਕਸ ਕਰ ਲਓ। ਵੈਲਕਮ। ਬਹੁਤ ਬਹੁਤ ਧੰਨਵਾਦ। ਅਗਲੇ ਸੈਟਰਡੇ ਨਵੀਆਂ ਅਪਡੇਟਸ ਦੇ ਨਾਲ ਗੱਲਬਾਤ ਦੁਬਾਰਾ ਕਰਾਂਗੇ।
ਸਤਿ ਸ੍ਰੀ ਅਕਾਲ।